ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਜਦਾਰ ਮੇਰੇ ਸੰਗ ਹੋਏ, ਗਏ ਵਿਚਰ ਦਿੱਲੀ ਦਿਸ਼ ਸੋਏ। ਸੂਬੇ ਗਨ ਉਮਰਾਵ ਬਹਾਨੇ, ਸਭ ਦਿਸ਼ ਲਿਖੇ ਸ਼ਾਹ ਕਰਵਾਨੇ। ਗੁਰਜਦਾਰ ਮੇਰੇ ਸੰਗ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰੰਪਾਰ ਮਹਾਨ ਕਿਰਪਾ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਕੀ ਸੰਗਤ ਜੀ, ਅੱਜ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ। ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਸਤਵੇਂ ਮਹਾਰਾਜ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ 1630 ਈਸਵੀ ਸੰਨ ਨੂੰ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਪਿਤਾ ਬਾਬਾ ਗੁਰਦਿੱਤਾ ਜੀ, ਧੰਨ ਧੰਨ ਮਾਤਾ ਨਿਹਾਲ ਕੌਰ ਜੀ, ਤਿੰਨਾਂ ਦੇ ਗ੍ਰਹਿ ਵਿਖੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਔਰ ਆਪ ਜੀ ਦੀ 14 ਕੁ ਸਾਲ ਦੀ ਸਰੀਰ ਕਾਰਬਲਾ ਸੀ ਜਦੋਂ 1644 ਈਸਵੀ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਨੀ ਬੰਦੀ ਛੋੜ ਦਾਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ ਅੱਜ ਦੇ ਦਿਹਾੜੇ। ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 17 ਸਾਲ ਤੇ ਕੁਝ ਮਹੀਨੇ ਗੁਰਿਆਈ ਕੀਤੀ ਹੈ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ। ਔਰ ਆਪ ਜੀ ਨੇ ਜ਼ਿਆਦਾ ਸਮਾਂ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਹੀ ਭਾਗ ਲਾਏ, ਉੱਥੇ ਹੀ ਆਪਣਾ ਨਿਵਾਸ ਮਹਾਰਾਜ ਸਾਹਿਬ ਜੀ ਨੇ ਰੱਖਿਆ। ਔਰ 2200 ਘੋੜ ਸਵਾਰ ਆਪ ਜੀ ਦੀ ਤਾਬਿਆ ਰਹਿੰਦਾ
ਜੋ ਛੇਵੇਂ ਮਹਾਰਾਜ ਸਾਹਿਬ ਜੀ ਦੇ ਸ਼ਸਤਰਧਾਰੀ ਸੂਰਮੇ ਸਨ, ਉਹ ਸਾਰੀ ਫੌਜ ਆਪ ਜੀ ਦੀ ਹਾਜ਼ਰੀ ਦੇ ਵਿੱਚ, ਆਪ ਜੀ ਦੀ ਸੇਵਾ ਦੇ ਵਿੱਚ ਰਹਿੰਦੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਬਚਨ ਕੀਤਾ ਸੀ ਕਿ ਤੁਸੀਂ ਸ਼ਸਤਰਧਾਰੀ ਰਹਿਣਾ, ਆਪਣੀ ਫੌਜ ਨੂੰ ਸਾਵਧਾਨ ਸੁਚੇਤ ਰੱਖਣਾ, ਪਰ ਤੁਹਾਨੂੰ ਜੰਗ ਕਰਨ ਦੀ ਲੋੜ ਨਹੀਂ ਪਵੇਗੀ। ਜਿਹੜਾ ਵੀ ਕੋਈ ਆਪ ਜੀ ਉੱਤੇ ਚੜ੍ਹ ਕੇ ਆਵੇਗਾ ਉਹ ਰਾਹ ਵਿੱਚ ਹੀ ਮਲੀਆ ਮੇਟ ਹੋ ਜਾਵੇਗਾ, ਰਾਹ ਵਿੱਚ ਹੀ ਸਮਾਪਤ ਹੋ ਜਾਵੇਗਾ। ਇਸ ਕਰਕੇ ਔਰੰਗਜ਼ੇਬ ਬਾਦਸ਼ਾਹ ਦੇ ਮੌਕੇ ਤੇ ਜੋ ਉਸਨੇ ਫੌਜਾਂ ਸ੍ਰੀ ਕੀਰਤਪੁਰ ਸਾਹਿਬ ਨੂੰ ਚੜ੍ਹਾਈਆਂ, ਉਹ ਰਸਤੇ ਵਿੱਚ ਹੀ ਕੋਈ ਨਾ ਕੋਈ ਕਾਰਨ ਬਣ ਜਾਂਦਾ ਰਿਹਾ, ਰਾਹ ਵਿੱਚ ਹੀ ਮਰ ਮੁੱਕ ਜਾਂਦੇ ਰਹੇ, ਵਾਪਸ ਝਗੜ ਕੇ ਮੁੜ ਜਾਂਦੇ ਰਹੇ। ਤੋ ਸਤਿਗੁਰੂ ਗਰੀਬ ਨਵਾਜ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਦੁਆਬੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ, ਜੋ ਇੱਥੇ ਕਰਤਾਰਪੁਰ ਸਾਹਿਬ ਨਗਰ ਹੈ, ਪੰਜਵੇਂ ਪਾਤਸ਼ਾਹ ਜੀ ਦਾ ਵਸਾਇਆ ਹੋਇਆ, ਇੱਥੇ ਆ ਕਰਕੇ ਵੀ ਕੁਝ ਸਮਾਂ ਪੜਾ ਰੱਖਿਆ। ਸੰਗਤਾਂ ਨੂੰ ਦਰਸ਼ਨ ਦੇ ਕੇ, ਉਪਦੇਸ਼ ਦੇ ਕੇ ਨਿਹਾਲ ਕੀਤਾ। ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵੀ ਸਤਵੇਂ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਸਮੇਤ ਪਹੁੰਚੇ। ਸ੍ਰੀ ਖਡੂਰ ਸਾਹਿਬ ਦੇ ਵਿੱਚ ਵੀ ਆਪ ਜੀ ਨੇ ਪਹੁੰਚਣਾ ਕੀਤਾ। ਤੇ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਸਤਵੇਂ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੀ ਪਹੁੰਚੇ ਹਨ। ਫਿਰ ਮਾਲਵੇ ਦੇ ਵਿੱਚ ਵੀ ਕੁਝ ਸਮਾਂ ਆਪ ਜੀ ਨੇ ਵਿਚਰਨਾ ਕੀਤਾ, ਪਰ ਜ਼ਿਆਦਾ ਸਮਾਂ ਆਪ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਹੀ ਭਾਗ ਲਾਏ। ਔਰ ਮਹਾਰਾਜ ਸਾਹਿਬ ਜੀ ਨੇ ਜਿੱਥੇ ਦਰਸ਼ਨ ਦੇ ਕੇ, ਉਪਦੇਸ਼ ਦੇ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਨਾਮ ਬਾਣੀ ਦਾ, ਕਥਾ ਕੀਰਤਨ ਦਾ ਪ੍ਰਵਾਹ ਚਲਾਇਆ, ਗੁਰੂ ਕੇ ਲੰਗਰ ਚਲਾਏ। ਉੱਥੇ ਆਪ ਜੀ ਨੇ ਵਿਸ਼ੇਸ਼ ਕਰਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਗ ਵੀ ਲਵਾਏ। ਔਰ ਮਹਾਰਾਜ ਸਾਹਿਬ ਜੀ ਨੇ ਦਵਾਖਾਨਾ ਵੀ ਬਣਾਇਆ। ਔਰ ਸਤਿਗੁਰੂ ਸਾਹਿਬ ਜੀ ਆਪਣੀਆਂ ਫੌਜਾਂ ਨੂੰ, ਸਿੱਖਾਂ ਨੂੰ ਨਾਲ ਲੈ ਕਰਕੇ ਜੰਗਲ ਵਿੱਚ ਜਾਂਦੇ, ਤੇ ਮਹਾਰਾਜ ਸਾਹਿਬ ਜੀ ਦਾ ਹੁਕਮ ਸੀ ਸਾਰੀ ਫੌਜ ਨੂੰ, ਸਿੱਖ ਫੌਜ ਨੂੰ, ਕਿ ਕੋਈ ਜੰਗਲੀ ਜਾਨਵਰ, ਪਸ਼ੂ ਪੰਛੀ ਜਿਹੜਾ ਫੱਟੜ ਹੋਵੇ ਉਸ ਨੂੰ ਜਿਉਂਦਿਆਂ ਫੜਨਾ ਹੈ। ਤੇ ਜਿਉਂਦੇ ਨੂੰ ਫੜ ਕਰਕੇ ਉਹ ਜ਼ਖਮੀ ਪਸ਼ੂ ਪੰਛੀ ਦੇ ਮਲਮ ਪੱਟੀ ਆਪ ਜੀ ਕਰਾਉਂਦੇ, ਤੇ ਸ੍ਰੀ ਕੀਰਤਪੁਰ ਸਾਹਿਬ ਵਾੜਾ ਬਣਾਇਆ ਹੁੰਦਾ, ਉਸ ਵਾੜੇ ਵਿੱਚ ਉਸ ਨੂੰ ਰੱਖਿਆ ਜਾਂਦਾ। ਜਦੋਂ ਰਾਜੀ ਬਾਜੀ ਹੋ ਜਾਂਦਾ, ਜ਼ਖਮ ਠੀਕ ਹੋ ਜਾਂਦਾ, ਤੰਦਰੁਸਤ ਹੋ ਜਾਂਦਾ, ਤੇ ਉਸ ਨੂੰ ਫੇਰ ਜੰਗਲ ਵਿੱਚ ਛੁਡਾ ਦਿੰਦੇ ਆਪ ਜੀ। ਤਾਂ ਮਹਾਰਾਜ ਸਾਹਿਬ ਜੀ ਦੇ ਬੇਨਤੀ ਸਾਧ ਸੰਗਤ ਜੀ ਚੋਜ ਕੌਤਕ ਹਨ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਦੇ ਮਹਾਰਾਜ ਦੇ ਮੌਕੇ ਤੇ ਪਹਿਲਾਂ ਸ਼ਾਹਜਹਾਨ ਬਾਦਸ਼ਾਹ ਰਾਜ ਕਰਦਾ ਸੀ, ਔਰ ਉਹਦਾ ਵੱਡਾ ਪੁੱਤਰ ਦਾਰਾਸ਼ਕੋ, ਜਿਸ ਨੂੰ ਧੋਖੇ ਨਾਲ ਔਰੰਗਜ਼ੇਬ ਨੇ ਚੌਲਾਂ ਦੇ ਵਿੱਚ ਸ਼ੇਰ ਦੀ ਮੁੱਛ ਦੇ ਵਾਲ ਰਸੋਈਏ ਨੂੰ ਕਹਿ ਕਰਕੇ, ਲਾਂਗਰੀ ਨੂੰ ਕਹਿ ਕੇ ਪਵਾ ਕੇ ਖਵਾ ਦਿੱਤੇ ਸੀ। ਤੇ ਉਹ ਬਿਮਾਰ ਹੋ ਗਿਆ ਸੀ, ਉਹਦਾ ਪੇਟ ਖਰਾਬ ਹੋ ਗਿਆ ਸੀ। ਦੁਨੀਆ ਦੇ ਕਿਸੇ ਵੀ ਵੈਦ ਹਕੀਮ ਦੀ ਦਵਾਈ ਨੇ ਅਸਰ ਨਹੀਂ ਸੀ ਕੀਤਾ, ਉਹ ਠੀਕ ਨਹੀਂ ਸੀ ਹੋਇਆ। ਕਿਉਂਕਿ ਬਾਦਸ਼ਾਹ ਲੋਕਾਂ ਕੋਲੇ, ਆਪਣੇ ਕੋਲੇ ਵੈਦ ਹਕੀਮ ਬਹੁਤ ਹੁੰਦੇ ਆ, ਤੇ ਵਿਦੇਸ਼ਾਂ ਚੋਂ ਵੀ ਦਵਾਈ ਮੰਗਾ ਲੈਂਦੇ ਆ। ਸ਼ਾਹਜਹਾਨ ਬਾਦਸ਼ਾਹ ਨੇ ਪੂਰਾ ਯਤਨ ਕੀਤਾ। ਅਖੀਰ ਵੈਦਾਂ ਨੇ ਦੱਸਿਆ 14 ਸਰਸਾਈ ਦੇ ਹਰੜ ਤੇ 1 ਮਾਸੇ ਦਾ ਲੌਂਗ ਇਹ ਚਾਹੀਦਾ ਹੈ। ਜੇ ਮਿਲ ਜਾਵੇ ਤੇ ਤੁਹਾਡਾ ਪੁੱਤਰ ਦਾਰਾਸ਼ਕੋ, ਇਹ ਬਾਦਸ਼ਾਹ ਸ਼ਾਹਜਹਾਨ, ਤੁਹਾਡਾ ਪੁੱਤਰ ਦਾਰਾਸ਼ਕੋ ਠੀਕ ਹੋ ਸਕਦਾ ਹੈ। ਉਹਨੇ ਆਖਿਆ ਵੀ ਇਹ ਕਿੱਥੋਂ ਮਿਲੇਗੀ 14 ਸਰਸਾਈ ਦੀ ਹਰੜ, 1 ਮਾਸੇ ਦਾ ਲੌਂਗ? ਆਖਿਆ ਹੋਰ ਕਿਤੋਂ ਨਹੀਂ ਮਿਲ ਸਕਦਾ, ਇਹ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਦੇ ਦਵਾਖਾਨੇ ਚੋਂ, ਸ੍ਰੀ ਕੀਰਤਪੁਰ ਸਾਹਿਬ ਤੋਂ ਮਿਲ ਸਕਦਾ। ਤੇ ਫਿਰ ਚਿੱਠੀ ਲਿਖੀ ਸੀ ਸ਼ਾਹਜਹਾਨ ਬਾਦਸ਼ਾਹ ਨੇ ਬੜਾ ਤਰਲਾ ਪਾ ਕੇ ਕਿ ਭਾਵੇਂ ਮੈਂ ਵਾਅਦੇ ਕਰਦਾ ਰਿਹਾ ਗੁਰੂ ਘਰ ਦੇ ਉੱਤੇ, 6ਵੇਂ ਪਾਤਸ਼ਾਹ ਦੇ ਉੱਤੇ ਆਪਣੀਆਂ ਫੌਜਾਂ ਚੜਾਉਂਦਾ ਰਿਹਾ ਹਾਂ, ਕਿਉਂਕਿ 4 ਜੰਗ ਲੜੇ ਨਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਾਹਜਹਾਨ ਦੀਆਂ ਫੌਜਾਂ ਦੇ ਨਾਲ। ਪਹਿਲਾ ਅੰਮ੍ਰਿਤਸਰ ਸਾਹਿਬ ਵਾਲਾ 7000 ਫੌਜ ਚੜਾਈ ਸੀ ਲਾਹੌਰ ਤੋਂ, ਦੂਸਰਾ ਸ੍ਰੀ ਹਰਗੋਬਿੰਦ ਸਾਹਿਬਪੁਰੇ ਵਾਲਾ, ਔਰ ਇਸੇ ਪ੍ਰਕਾਰ ਜਦੋਂ 15000 ਫੌਜ ਚੜ੍ਹ ਕੇ ਆਈ ਸੀ। ਤੀਸਰਾ ਮਾਲਵੇ ਗੁਰੂ ਸਰ ਮਹਾਰਾਜ ਵਾਲਾ, ਲਲਾ ਬੇਗ, ਕਾਸਮ ਬੇਗ 35000 ਫੌਜਾਂ ਲੈ ਕਰਕੇ ਆਏ ਸੀ। ਚੌਥਾ ਇਹ ਕਰਤਾਰਪੁਰ ਸਾਹਿਬ ਵਾਲਾ ਜੰਗ, ਜੋ ਪੈਂਦੇ ਖਾਨ ਨਿਮਕ ਹਰਾਮ ਹੋ ਗਿਆ ਸੀ ਤੇ ਜਾ ਕੇ ਰਲ ਮਿਲਿਆ ਸੀ ਤੁਰਕਾਂ ਦੇ ਨਾਲ, ਤੇ 75000 ਫੌਜ ਲੈ ਕੇ ਆਏ ਸਨ। ਉਹ ਚਾਰੇ ਹੀ ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਮੀਰੀ ਪੀਰੀ ਦੇ ਮਾਲਕ, ਦੇਗ ਤੇਗ ਦੇ ਧਣੀ, ਬਲੀ ਬਹਾਦਰ ਸਤਿਗੁਰਾਂ ਨੇ ਫਤਿਹ ਕੀਤੇ ਸੀ, ਜਿੱਤੇ ਸੀ। ਸ਼ਾਹਜਹਾਨ ਨੇ ਚਿੱਠੀ 'ਚ ਲਿਖਿਆ, ਭਾਵੇਂ ਮੈਂ ਗੁਰੂ ਘਰ ਤੇ ਫੌਜਾਂ ਚੜਾਉਂਦਾ ਰਿਹਾ ਹਾਂ,
पर हे सतगुरु सतवें पातशाह, गुरु घर ते निरभਉ ते निर्वैर है। मैं तरला पाउंदा हाँ ते मैनू ये 14 सरसाई दी हरड़ ते 1 मासे दा लौंग अपने दवाखाने विचों दिओगे ते मेरे वड्डे पुत्र दारा शिकोह दी जान बच सकदी है। उन्हें तरला पाया ते सतगुरु जी ने संगत नाल सलाह करके ते 14 सरसाई दी हरड़ ते 1 मासे दा लौंग कीरतपुर साहिब तो दिल्ली भेजिया सी। होर भी कुछ वस्तुआं साध संगत जी भेजियां सी ते महाराज साहब जी ने बचन किया भी गुरु घर किसे नाल वैर नहीं रखदा है। दुनिया दे लोग कुछ भरम भुलेखे विच पै करके गुरु घर दे विरोधी बन जाते आ, गुरु घर दे उत्ते चढ़ के आउंदे आ, पर गुरु घर निरभਉ भी है ते निर्वैर भी है। ते दूजा बचन महाराज ने संगत विच कहा सी भी जिहड़ा दारा शिकोह है ना, शाहजहान दा वड्डा पुत्र, 4 पुत्र सी दारा, इसे तरह शाहजहान दे दारा शिकोह, सुजा मुहम्मद, मुराद बख्श ते ये औरंगजेब। ये औरंगजेब ये 4 भरा सन। आख्या भी जिहड़ा दारा शिकोह है ना, वो धर्मी बंदा है, पीरा फकीरां दी साधुआं दी संगत करन वाला, नाम जपण वाला, खुदा परस्त बंदा है। तां सतगुरु साहब जी ने जदों भेजिया ते फिर साध संगत जी ओहदे पेट दे विच मेदे दे विच गए होए शेर दी मुछ दे वाल जिहड़े सी ओह निकले सी अंदरों बाहर ते अंदरों जख्म राजी होए सी। फिर दारा शिकोह जिहड़ा सी ओह बचिया सी। बाद विच फिर औरंगजेब ने सारे टब्बर नूं ही एक एक करके मार दिता। पिता शाहजहान नूं कैद रख के भुखा ध्याया रख के मारिया, भरावां नूं, ते फिर दारा शिकोह दे भी मगर लगा, फौजां ला दित्तियां। दारा शिकोह उदों गुरु हरराय साहिब महाराज नूं आके मिलिया सी, मगर फौजां लगियां होईयां, कीरतपुर साहिब वल गया सी। सतगुरु जी दे दर्शन कीते। महाराज ने आखिया भी दारा शिकोह जे तूं आखें तैनूं दिल्ली दा राज दवा दईए, तख्त दवा दईए। 7वें पातशाह ने बचन कीता सी। कहन लगा महाराज भी मेरी तां कोई इच्छा ही नहीं है, पर मेरे भरा नूं भुलेखा पिया होया है। मैं तां राज चाहुंदा ही नहीं हाँ, दुनिया दा राज। औरंगजेब ने मगर फौजां लाइयां होईयां सी भी इस नूं फड़ो। सतगुरु बेनती की महाराज मैनू परलोक दा राज दिओ 7वें पातशाह जी नूं। ते धन गुरु हरराय साहिब महाराज ने आख्या दारा शिकोह तैनूं परलोक दा राज दिता। ये दारा शिकोह दे उत्ते महाराज 7वें पातशाह ने किरपा कीती सी। बाद विच फिर इहने सारियां फौजां नूं जो इहदे कोले हैगे सी ना हीरे मोती जो भी खजाना सी पिता दा, वो सारा कुछ सारियां दीयां तनखाहां दे करके ते सारियां नूं घल दिता सी। सिर्फ एक बंदा इहदे नाल रह गया सी, एक सिपाही कल्ला विचरन लगा अपने सुभाव मुताबक। ते खरड़ दे इलाके चंडीगढ़ दे इलाके च फिर फड़िया गया सी। औरंगजेब दीयां फौजां ने फड़ लिया सी दारा शिकोह नूं। दिल्ली जाके पेश किया, बाजारां च फेर करके औरंगजेब ने इहदा सिर धड़ तो वखरा करवा दिता सी। दारा शिकोह दा कतल कर दिता सी। दूजे दोवां भरावां दा भी कतल किया औरंगजेब ने। फिर एक चिट्ठी लिखी औरंगजेब ने गुरु हरराय साहिब महाराज साहिब जी नूं। वो चिट्ठी च लिखिया सी भी मैं सुनिया है तुसीं मेरे भरा दारे नूं आखिया है भी तैनूं दिल्ली दा राज दे दवा दिन्ने आ। दूजी गल मैं भी सुनी है तुसीं आखिया है भी तैनूं परलोक दा राज दिता। मैं तां अपने भरा दारा शिकोह नूं कतल कर दिता, उहदा सिर धड़ तो वखरा करवा दिता। कित्थे तुहाडा राज, किहड़ा राज तुसीं दिता? जदों ये चिट्ठी कीरतपुर साहिब गुरु हरराय साहिब जी दे पास पहुंची ना, सिपाही लैके गए। महाराज ने वो चिट्ठी पढ़ी तो वह उत्तर लिख के दिता भी औरंगजेब जे तू अपने वड्डे भरा दारा शिकोह दा राज भाग वेखना चाहना है तो रात नूं चेते करके सौ जावीं, सब कुछ दिस पवेगा। फिर रात नूं इहने जदों चेते करदिआं वो गल सुभाविक ही चेते आउणी सी। जदों औरंगजेब सुत्ता ते रात नूं वेखदा सिंघासन ते बैठा दारा शिकोह, वो सभा भरी पई ओहदी, वो राज भाग करदा पिया। परलोक दा राज वेखिया दारा शिकोह दा। क्योंकि इत्थे ही थोड़ा कहानी मुक जाती भी जो कुछ इत्थे संसार ते अभी बस खादा पीता लाए दा ते लोकी कहंदे बाकी अहमद शाहे दा। इत्थे नहीं मुकदी कहानी, अगे भी जाना पैंदा वा। ते हुण वाहिगुरू ही जानदा भी अगे खड़ूगा कि पिछे खड़ूगा। इस करके लोक परलोक दा बाणी च जिक्र है, हड़त पलत दा जिक्र है, सुख दुख सब कुछ, 84 लाख जूना, नरक स्वर्ग सब कुछ है।
कई कहते नहीं जी इत्थे ही आ सब कुछ, अग्गा किने वेख्या? धन गुरु ग्रंथ साहिब जी ने वेख्या ते विखाउंदे भी आ महाराज। बाणी पढ़ते आपां ते एक एक बचन आ महाराज साहिब जी ने आख्या नहीं, कपड़ रूप सुहावना छड्ड दुनिया अंदर जावना, मंदा चंगा अपना आपे ही कीता पावना, हुक्म कीए मन भावदे राहे भीड़े अगे जावना, नंगा दोजक चालिया तां दिसै खरा डरावना, कर औगण पछोतावना। फरीदा चार गवाया हंड कै चार गवाया सम, लेखा रब मंगेसिया तू आहों केरे कम। तो इस करके जदों रात नूं चेते करके सुत्ता ते वेखदा वा भी दारा शको ते सिंघासन ते बैठा वा, वजीर मंत्री अगे हथ जोड़ के खलोते हो रहे ते अपनी हालत वेखी, आप भंगी बनिया तुरिया फिरदा उत्थे गली दे विच, बौकर मारन वाला, गंदगी साफ करन वाला ते गंदगी दा टोकरा, मनुखां दी विष्टा, वो गंदगी दा टोकरा आपदे सिर ते चुकिया इकट्ठा करके ते जदों चुक के तुरिया जांदा है ना, उथों लागों दी लगन लगा दारा शको दे राज महिलां दे लागों दी, उत्तों मींह पै रिहा ते विच दी वो गंदगी जिहड़ी टोकरा जिहड़ा वो चोक के ते मूँह थाणी, अखां थाणी, नक थाणी, सारे कपड़े भी गंदे हो रहे गंदगी दे नाल, लिपड़िया पिया रंग जे। वो सिपाही ने झिड़किया भी तू गंदगी लैके इधर नूं तुरिया आउणा, परां नूं जाण लगा उत्थे पैर तिलकिया ते डिग पिया उत्ते टोकरा डिगदा, इधर अख उगड़ती है, अख खुलती है, बड़ा त्रेलियो हो गया, वेख्या भी ये की कुछ वेख्या, पर एडा जिद्दी सी मनदा फिर भी नहीं सी, फिर भी कहंदा भी गुरु ने अपने करामात दे नाल सारा कुछ विखा दिता, विखाया ते भावें अपनी शक्ति नाल अपनी कला दे नाल ही सी, पर हालत विखा दिती भी दारा शको धर्मी बंदा सी, वो राज सिंघासन ते बैठा ते तू गंदगी दा टोकरा तेरे सिर ते आउणा, तेरे काम इहो जे है। ऐसे सतवें पातशाह धन श्री गुरु हरराय साहिब महाराज जिन्हां दा अज गुरियाई पुरब है, महाराज साहिब जी दे पवित्र जीवन विचों कुछ बचन साझे कीते। एक बारी फिर सारियां संगतां नूं सतवें महाराज साहिब जी दे गुरियाई पुरब दीआं लख लख वधाइयां होण जी। तो लड़ीवार रूप दे विच दशमेश पातशाह धन श्री गुरु गोबिंद सिंह महाराज साहिब जी दा पावनी इतिहास। महाराज साहिब जी राजस्थान के इलाके चों अगे राजपुताने दे विचों दखण वल नूं महाराज साहिब जी जा रहे आ ते रस्ते दे विच फिर इत्थे प्यारे दया सिंह जी आ करके महाराज साहिब जी नूं मिलदे आ। महाराज साहिब जी बड़े प्यार दे नाल घुट के छाती नाल लाउंदे आ, प्यारे दया सिंह जी नूं पुछदे आ भी किवें आउण जाण दा सफर होया ते किवें औरंगजेब नूं जफरनामा दिता, की गलबात हुई। वो सारी वार्तालाप जिहड़ी है प्यारे दया सिंह जी ने दसी, जिवें वो कुकर नूं बुलाया सी सभा दे विच जो कुछ वो बोलिया सी वो भी सारा कुछ दसिया। इस तरह होर जो कुछ प्यारे दया सिंह जी कलगीधर पातशाह जी नूं दस रहे आ। दशमेश पातशाह धन श्री गुरु गोबिंद सिंह महाराज साहिब जी का ध्यान धरदिया होया शरधा भावना सहित सरवण करिए। उचारण करो जी सतनाम श्री वाहे गुरु, सतनाम श्री वाहे गुरु साहिब जी। गुरजदार कि जेड़े सिपाही सन, दो औरंगजेब बादशाह ने मेरे नाल वो गुरजदार सिपाही भेजे सन जो आख्या महाराज वो तो फिर राह दे विचों मेरे तो विछड़ करके ते दिल्ली दी तरफ नूं चले गए। बाकी कलगीधर पातशाह दशमेश पिता जी प्यारे दया सिंह जी दस रहे सतगुरां कि सतगुरु जी औरंगजेब ने अपने समूह सूबियां नूं ते समूह अहुदेदारां नूं जिहड़े वड्डे वड्डे उमराव वजीर अहुदेदार उन्हां सारियां नूं बादशाह औरंगजेब ने सारियां दी तरफ परवाने लिख दिते, अपने भी अपना हुक्म लिख दिता, अपना फरमान लिख दिता सारे सूबियां नूं ते सारे उमरावां नूं वजीरां आदकां नूं भी धन श्री गुरु गोबिंद सिंह महाराज साहब जी जिस तरफ भी चल के जान, जिस सूबे की तरफ चल के आउण। भी वख-वख सूबे ना हिंदुस्तान के 22 सूबे सी,
ਕਿ ਜਿਸ ਵੀ ਸੂਬੇ ਵਿੱਚ ਮਹਾਰਾਜ ਸਾਹਿਬ ਜੀ ਆਉਣ, ਜਿਸ ਇਲਾਕੇ ਵਿੱਚ ਆਉਣ, ਭਾਵੇਂ ਪੰਜਾਬ ਦੀ ਧਰਤੀ ਤੇ ਵਿਚਰਨ, ਭਾਵੇਂ ਰਾਜਸਥਾਨ ਦੀ ਧਰਤੀ ਤੇ ਵਿਚਰਨ, ਭਾਵੇਂ ਮੱਧ ਪ੍ਰਦੇਸ਼ ਦੀ ਧਰਤੀ ਤੇ ਵਿਚਰਨ, ਭਾਵੇਂ ਮਹਾਰਾਸ਼ਟਰ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਮਹਾਰਾਜ ਸਾਹਿਬ ਜੀ, ਗੁਜਰਾਤ ਵਿੱਚ ਵਿਚਰਨ, ਮਹਾਰਾਸ਼ਟਰ ਵਿੱਚ ਵਿਚਰਨ, ਵੀ ਕਿਸੇ ਸੂਬੇ ਦੀ ਤਰਫ ਵੀ ਚੱਲ ਕੇ ਆਉਣ, ਜਿੱਥੇ ਆਪਣੀਆਂ ਫੌਜਾਂ ਦੇ ਸਮੇਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਣ, ਆਪਣੇ ਦਲ ਦੇ ਸਮੇਤ ਜਾ ਕਰਕੇ ਜਿਸ ਥਾਂ ਤੇ ਪੜਾ ਲਾਉਣ, ਤੇ ਆਪਣੇ ਸੂਬਿਆਂ ਨੂੰ ਲਿਖਿਆ ਔਰੰਗਜ਼ੇਬ ਨੇ ਵੀ ਤੁਸੀਂ ਸਾਰਿਆਂ ਨੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਜਾਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕਰਨੀ, ਤੁਸੀਂ ਜਾ ਕੇ ਤੁਸੀਂ ਹੱਥ ਜੋੜ ਕਰਕੇ ਜਾਣਾ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ। ਉਮਰਾਵਾਂ ਨੂੰ ਲਿਖਦਾ ਔਰੰਗਜ਼ੇਬ ਬਾਦਸ਼ਾਹ, ਆਪਣੇ ਸੂਬਿਆਂ ਨੂੰ ਲਿਖਦਾ ਹੈ, ਜਿਵੇਂ ਸਰਹੰਦ ਦਾ ਸੂਬਾ ਸੀ ਨਾ ਵਜੀਦ ਖਾਂ, ਜਿਵੇਂ ਲਾਹੌਰ ਦਾ ਸੂਬਾ ਸੀ ਜ਼ੇਰਦਸਤ ਖਾਂ, ਇਤਿਆਦਿਕ ਸਾਰੇ ਸੂਬਿਆਂ ਨੂੰ ਉਹ ਲਿਖਦਾ ਹੈ। ਤੇ ਜੀ ਤੁਹਾਡੇ ਕੋਲੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਇਲਾਕੇ ਵਿੱਚ ਚੱਲ ਕੇ ਆਉਣ, ਤੁਸੀਂ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਵੀ ਕਰਨੀ ਆ, ਤੇ ਅਨੇਕ ਪ੍ਰਕਾਰ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੀ ਸਾਰੀ ਫੌਜ ਦੀ, ਸਾਰੇ ਦਲ ਦੀ ਸੇਵਾ ਵੀ ਕਰਨੀ ਹੈ। ਤੋ ਇਸ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਹੋ ਕੇ ਤੁਸੀਂ ਹੁਣ ਜੰਗ ਨਹੀਂ ਕਰਨਾ, ਤੁਸੀਂ ਗੁਰੂ ਦੀ ਸੇਵਾ ਕਰਨੀ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਨਮਸਕਾਰਾਂ ਕਰਨੀਆਂ ਹਨ। ਕਿਸੇ ਤਰ੍ਹਾਂ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਅੜਨਾ ਨਹੀਂ ਹੈ। ਪਿਆਰੇ ਦਇਆ ਸਿੰਘ ਜੀ ਦੱਸ ਰਹੇ ਆ ਕਿ ਇਹ ਜਿਹੜੇ ਨਾਲ ਸਿਪਾਹੀ ਦੋ ਭੇਜੇ ਸੀ ਨਾ, ਗੁਰਜਦਾਰ ਪਹਿਰੇਦਾਰ, ਉਹ ਮਹਾਰਾਜ ਦਿੱਲੀ ਵੱਲ ਨੂੰ ਚਲੇ ਗਏ ਹਨ। ਇਸੇ ਤਰ੍ਹਾਂ ਜਿਹੜੇ ਦਿੱਲੀ ਗਏ ਹਨ ਦੋ ਇਹ ਗੁਰਜਦਾਰ ਸਿਪਾਹੀ, ਤੇ ਫਿਰ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਹੀ ਸਾਰੇ ਪਾਸੇ ਆਪਣੇ ਸਿਪਾਹੀਆਂ ਨੂੰ ਔਰੰਗਜ਼ੇਬ ਨੇ ਭੇਜਿਆ ਹੈ। ਇੰਨੀਆਂ ਬੇਨਤੀਆਂ ਕਰਕੇ, ਸਾਰਾ ਹਾਲਾਤ ਦੱਸ ਕੇ ਪਿਆਰੇ ਦਇਆ ਸਿੰਘ ਜੀ ਨੇ ਫਿਰ ਕਲਗੀਧਰ ਪਾਤਸ਼ਾਹ ਜੀ ਦਾ ਸ਼ਸਤਰ ਜਿਹੜਾ ਮੱਕੇ ਦਿੱਤਾ ਸੀ ਔਰੰਗਜ਼ੇਬ ਨੂੰ, ਕਿ ਆ ਸਾਡੇ ਸਿੰਘ ਨੂੰ ਦਵੀਂ, ਸਾਡਾ ਸਿੰਘ ਜਦੋਂ ਤੇਰੇ ਕੋਲੇ ਆਵੇਗਾ ਨਿਸ਼ਾਨੀ ਵਜੋਂ। ਉਹ ਕਟਾਰ ਜਿਹੜਾ ਮਹਾਰਾਜ ਸਾਹਿਬ ਜੀ ਦਾ ਸ਼ਸਤਰ ਹੈ, ਉਹ ਕਟਾਰ ਪਿਆਰੇ ਦਇਆ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਭੇਟ ਕੀਤੀ, ਦਿੱਤੀ ਹੈ। ਸਤਿਗੁਰੂ ਜੀ ਆਪ ਜੀ ਦੀ ਇਮਾਨਤ ਹੈ, ਇਹ ਔਰੰਗਜ਼ੇਬ ਬਾਦਸ਼ਾਹ ਨੇ ਮੈਨੂੰ ਦਿੱਤੀ ਸੀ, ਆਪ ਜੀ ਦੇ ਪਾਸ ਭੇਜੀ ਸੀ ਵੀ ਇਹ ਸਤਿਗੁਰੂ ਜੀ ਨੂੰ ਦੇ ਦਿਓ। ਫਿਰ ਸਿੱਖਾਂ ਨੇ ਜਦੋਂ ਵੇਖਿਆ ਨਾ ਮਹਾਰਾਜ ਦਾ ਸ਼ਸਤਰ ਕਟਾਰ, ਉਸ ਨੂੰ ਵੇਖ ਕਰਕੇ ਸਾਰਾ ਪ੍ਰਸੰਗ ਪੁੱਛਿਆ, ਤੇ ਸਾਰੇ ਖਾਲਸੇ ਦੇ ਨਾਲ ਸ੍ਰੀ ਗੁਰੂ ਸੋਭਾ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸ਼ਸਤਰ ਦਾ ਫਿਰ ਪ੍ਰਸੰਗ ਦੱਸਿਆ। ਸਿੰਘਾਂ ਨੇ ਪੁੱਛਿਆ ਮਹਾਰਾਜ ਵੀ ਇਹ ਤੁਹਾਡਾ ਸ਼ਸਤਰ ਕਟਾਰ ਔਰੰਗਜ਼ੇਬ ਬਾਦਸ਼ਾਹ ਕੋਲੇ ਕਿਵੇਂ ਗਈ? ਪਿਆਰੇ ਦਇਆ ਸਿੰਘ ਜੀ ਨੂੰ ਤਾਂ ਪਤਾ ਹੀ ਸੀ, ਪਿਆਰੇ ਧਰਮ ਸਿੰਘ ਜੀ ਨੂੰ ਵੀ ਪਤਾ ਹੈ। ਇਸੇ ਤਰ੍ਹਾਂ ਬਾਕੀ ਸਿੰਘਾਂ ਨੂੰ, ਜਿਨ੍ਹਾਂ ਨੂੰ ਨਹੀਂ ਸੀ ਪਤਾ, ਉਹਨਾਂ ਨੇ ਬੇਨਤੀ ਕਰਕੇ ਪੁੱਛਿਆ, ਤੇ ਮਹਾਰਾਜ ਸਾਹਿਬ ਜੀ ਨੇ ਫਿਰ ਸਾਰਾ ਪ੍ਰਸੰਗ ਦੱਸਿਆ। ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਅਸੀਂ ਮੱਕੇ ਗਏ ਸਾਂ, ਇਹ ਔਰੰਗਜ਼ੇਬ ਵੀ ਨਾ ਮੱਕੇ ਜਾਂਦਾ ਸੀ, ਇਸ ਕਰਕੇ ਅਸੀਂ ਇੱਥੋਂ ਸਾਬੋ ਕੀ ਤਲਵੰਡੀ ਤੋਂ ਇੱਥੋਂ ਅੰਤਰ ਧਿਆਨ ਹੋ ਕੇ ਆਪਣੇ ਘੋੜੇ ਤੇ ਸਵਾਰ ਹੋ ਕੇ ਮੱਕੇ ਗਏ ਸਾਂ। ਇਹਨੂੰ ਘੇਰਿਆ ਸੀ ਅੱਗੋਂ, ਇਹ ਮੱਕੇ ਦੀਆਂ ਜਦੋਂ ਪਰਿਕਰਮਾ ਕਰਦਾ ਸੀ ਤੇ ਮਹਾਰਾਜ ਸੱਜੇ ਹੱਥ ਹੋ ਕੇ ਅਗਲੇ ਪਾਸੇ ਦੀ ਗਏ ਸੀ। ਇਸੇ ਕਰਕੇ ਬਹੁਤੇ ਗੁਰੂ ਕੇ ਸਿੰਘ, ਨਿਹੰਗ ਸਿੰਘ ਖਾਲਸਾ ਉਹ ਸੱਜੇ ਪਾਸਿਓਂ ਪਰਿਕਰਮਾ ਕਰਦੇ, ਕਹਿੰਦੇ ਮਹਾਰਾਜ ਨੇ ਸੱਜੇ ਪਾਸੇ ਦੀ ਹੋ ਕੇ ਮੱਕੇ ਤੋਂ ਇਹਨੂੰ ਅਗਲੇ ਪਾਸਿਓਂ ਘੇਰਿਆ ਸੀ। ਪਰ ਉੱਥੇ ਉਹ ਤਾਂ ਇੱਕ ਵਾਰੀ ਇਹਨੂੰ ਘੇਰਨ ਵਾਸਤੇ ਹੀ ਅੱਗੇ ਹੋਏ ਸੀ ਨਾ ਮਹਾਰਾਜ ਸਾਹਿਬ ਜੀ, ਇਹ ਇਧਰ ਦੀ ਪਰਿਕਰਮਾ ਕਰਕੇ ਆ ਰਿਹਾ ਵਾ, ਇਹ ਖੱਬੇ ਪਾਸੇ ਦੀ, ਤੇ ਗੁਰੂ ਸਾਹਿਬ ਜੀ ਸੱਜੇ ਪਾਸੇ ਦੀ ਅੱਗੋਂ ਦੀ ਹੋ ਗਏ ਸਨ। ਤਾਂ ਉਸ ਮੌਕੇ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਇਹਨੂੰ ਤਾੜਨਾ ਵੀ ਕੀਤੀ ਸੀ,
ਇਹਨੂੰ ਉੱਥੇ ਆਕਾਸ਼ਬਾਣੀ ਵੀ ਹੋਈ ਸੀ, ਪਰਮੇਸ਼ਰ ਦੀ ਤਰਫੋਂ ਵੀ ਆਵਾਜ਼ ਆਈ ਸੀ ਕਿ ਤੂੰ ਬਰਾਬਰੀ ਨਾ ਕਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੂੰ ਗੁਨਾਹਗਾਰ ਬੰਦਾ ਹੈ। ਕਈ ਕੁਝ ਆਖਿਆ ਸੀ ਪਰਮੇਸ਼ਰ ਵਾਹਿਗੁਰੂ ਜੀ ਨੇ, ਉਹ ਪਿੱਛੇ ਆਪਾਂ ਸਾਰਾ ਸਰਵਣ ਕੀਤਾ ਹੈ। ਤਾਂ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਇਹਨੂੰ ਘੇਰਿਆ ਸੀ, ਮੱਕੇ ਜਾਏ ਫਜੀਹਤ ਭਾਰੀ। ਤਾਂ ਔਰੰਗੇ ਦੀ ਖੁਆਰੀ ਕੀਤੀ ਸੀ ਉੱਥੇ ਮੱਕੇ ਜਾ ਕਰਕੇ। ਜਦੋਂ ਬਹੁਤੀ ਜ਼ਿਆਦੀ ਇਹਦੀ ਉੱਥੇ ਖੁਆਰੀ ਕੀਤੀ ਸੀ ਨਾ, ਝਾੜ ਝੰਬ ਜੀ ਕੀਤੀ ਸੀ ਇਹਦੀ, ਫਿਰ ਇਹਨੇ ਵੇਖ ਕਰਕੇ ਸਾਨੂੰ ਤੇ ਡਰ ਧਾਰਨ ਕੀਤਾ ਸੀ। ਹਾਂ, ਉਸ ਥਾਂ ਦੇ ਉੱਤੇ ਇਹ ਅਸੀਂ ਆਪਣਾ ਸ਼ਸਤਰ ਦਿੱਤਾ ਸੀ, ਅਸੀਂ ਆਪਣੀ ਕਟਾਰ ਦਿੱਤੀ ਸੀ ਇਹਨੂੰ ਕਿ ਸਾਡੇ ਸਿੰਘ ਤੇਰੇ ਕੋਲੇ ਆਏ ਆ, ਤੂੰ ਸੱਦਦਾ ਕਿਉਂ ਨਹੀਂ ਸਾਡੇ ਸਿੰਘਾਂ ਨੂੰ ਆਪਣੀ ਸਭਾ ਵਿੱਚ। ਅਸੀਂ ਜ਼ਫਰਨਾਮਾ ਭੇਜਿਆ ਆਪਣੇ ਸਿੰਘਾਂ ਦੇ ਕੋਲੇ ਤੇ ਤੂੰ ਆਪਣੀ ਸਭਾ 'ਚ ਹੀ ਨਹੀਂ ਆਉਣ ਦਿੱਤਾ। ਕਿੰਨਾ ਸਮਾਂ ਲੰਘ ਗਿਆ ਪਿਆਰੇ ਦਇਆ ਸਿੰਘ ਜੀ ਨੂੰ। ਤਾਂ ਇਸ ਤਰ੍ਹਾਂ ਉੱਥੇ ਤਾੜਨਾ ਕੀਤੀ ਸੀ ਤੇ ਫਿਰ ਆਖਿਆ ਸੀ ਵੀ ਸਾਡਾ ਕਟਾਰ ਸ਼ਸਤਰ ਲੈ ਜਾ, ਇਹ ਸਾਡੀ ਇਮਾਨਤ ਵਾ, ਸਾਡੇ ਸਿੰਘ ਨੂੰ ਦਵੇਂ। ਤੇ ਇਸੇ ਹੀ ਥਲ ਹਮ ਦੀਨੋ ਧਰੋਹਰ, ਉਸ ਥਾਂ ਦੇ ਉੱਤੇ ਆਪਣੀ ਅਮਾਨਤ, ਆਪਣੀ ਕਟਾਰ ਬਖਸ਼ੀ ਸੀ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਨੂੰ ਇਹ ਸਾਰੀ ਗਾਥਾ ਸੁਣਾਈ। ਫਿਰ ਪਿਆਰੇ ਦਇਆ ਸਿੰਘ ਜੀ ਨੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ, ਮਹਾਰਾਜ ਜਦੋਂ ਥੋੜੇ ਜਿਹੇ ਦਿਨ ਬੀਤੇ ਨਾ ਜ਼ਫਰਨਾਮਾ ਦੇਣ ਤੋਂ ਬਾਅਦ, ਅਸੀਂ ਆਉਂਦਿਆਂ ਇੱਕ ਥਾਂ ਤੇ ਥੋੜੀ ਜੀ ਅਸੀਂ ਭਣਕ ਸੁਣੀ ਆ, ਭਾਵ ਉੱਡਦੀ ਉੱਡਦੀ ਗੱਲ ਸੁਣੀ ਆ। ਤਣਕ ਭਣਕ, ਤਣਕ ਕਹੀਏ, ਥੋੜੀ ਜੀ ਭਣਕ ਕਹੀਏ, ਆਵਾਜ਼ ਸਾਨੂੰ ਥੋੜੀ ਜਿਹੀ ਭਿਣਕ ਪਾਈ ਹੈ, ਥੋੜੀ ਜਿਹੀ ਅਸੀਂ ਇਹ ਗੱਲ ਸੁਣੀ ਇੱਕ ਥਾਂ ਤੇ। ਮਹਾਰਾਜ ਜੋ ਆਪ ਜੀ ਦੇ ਕਰ ਕਮਲਾਂ ਦਾ ਲਿਖਿਆ ਹੋਇਆ ਜ਼ਫਰਨਾਮਾ, ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ ਜੋ ਹੈ, ਜਦੋਂ ਅਸੀਂ ਔਰੰਗਜ਼ੇਬ ਨੂੰ ਦੇ ਕਰਕੇ ਤੇ ਵਾਪਸ ਹਟ ਕੇ ਆਏ, ਅਸੀਂ ਮਹਾਰਾਜ ਇਹ ਉੱਡਦੀ ਉੱਡਦੀ ਗੱਲ ਸੁਣੀ ਆ ਵੀ ਫਿਰ ਜ਼ਫਰਨਾਮਾ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਬਾਦਸ਼ਾਹ ਨੂੰ ਦੁੱਖ ਹੋਇਆ, ਉਹਨੇ ਦੁੱਖ ਝੱਲਿਆ ਹੈ। ਫਿਰ ਉਹਦੇ ਤੋਂ ਅੰਦਰ ਜਾ ਕੇ, ਫਿਰ ਕਿਸੇ ਨੇ ਕਹਿੰਦੇ ਵੀ ਉਹਨੂੰ ਜਾ ਕੇ ਅੰਦਰ ਨਹੀਂ ਵੇਖਿਆ ਵੀ ਇਹ ਗੱਲ ਅਸੀਂ ਉਦੋਂ ਕੁ ਸੁਣੀ ਆ, ਬਾਅਦ ਵਿੱਚ ਇਹ ਕਿਸੇ ਨੇ ਵੇਖਿਆ ਨਹੀਂ ਹੈ। ਪਰ ਇੱਕ ਇਹ ਜਿਹੜੀ ਖਬਰ ਹੈ ਨਾ, ਚਾਰ ਛਪੇਰੇ ਮਹਾਰਾਜ ਫੈਲੀ ਹੋਈ ਹੈ, ਹਾਲੇ ਪੂਰਾ ਸ਼ੋਰ ਨਹੀਂ ਮਚਿਆ, ਪਰ ਲੋਕ ਲੋਕ ਕੇ ਸ਼ਿਵ ਸ਼ਿਵ ਕੇ ਥੋੜੀ ਥੋੜੀ ਗੱਲ ਲੋਕ ਕਰਦੇ ਸੁਣੇ ਹਨ। ਮਹਾਰਾਜ ਅੱਗੇ ਜਿਵੇਂ ਆਪ ਜੀ ਨੂੰ ਭਾਵੇ ਉਸੇ ਤਰ੍ਹਾਂ ਹੋਵੇਗਾ। ਮਹਾਰਾਜ ਜਿਸ ਤਰ੍ਹਾਂ ਦਾ ਬਰਤਾਂਤ ਸੁਣਿਆ ਨਾ, ਉਸ ਤਰ੍ਹਾਂ ਅਸੀਂ ਦੱਸ ਦਿੱਤਾ ਵਾ ਵੀ ਲੋਕ ਕਹਿੰਦੇ ਆ ਵੀ ਜ਼ਫਰਨਾਮਾ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਨੂੰ ਦੁੱਖ ਹੋਇਆ ਹੈ, ਉਹਦਾ ਸਰੀਰ ਢਿੱਲਾ ਹੋਇਆ ਹੈ, ਇਸ ਤਰ੍ਹਾਂ ਦੀ ਗੱਲਬਾਤ ਸੁਣੀ ਹੈ। ਪਿਆਰੇ ਦਇਆ ਸਿੰਘ ਜੀ ਦੀ ਬੇਨਤੀ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੀ ਇਹ ਚੰਗੀ ਕੀਤੀ ਹੈ, ਜੋ ਤੁਸੀਂ ਜ਼ਫਰਨਾਮਾ ਦੇ ਕੇ ਆਏ ਹੋ ਨਾ, ਇਹ ਬੜੀ ਚੰਗੀ ਗੱਲ ਹੋਈ ਆ। ਹੁਣ ਦੇਰੀ ਬਹੁਤੀ ਨਹੀਂ ਲੱਗੇਗੀ, ਔਰੰਗਾ ਮਰ ਜਾਵੇਗਾ। ਸਤਿਗੁਰੂ ਕਹਿੰਦੇ ਹੁਣ ਲੋਕ ਭਾਵੇਂ ਸਹਿਜੇ ਸਹਿਜੇ ਕਹਿੰਦੇ ਆ, ਪਰ ਥੋੜੇ ਦਿਨਾਂ ਨੂੰ ਸਾਰੀ ਖਬਰ ਖੁੱਲ ਕੇ ਆ ਜਾਣੀ ਬਾਹਰ ਤੇ ਫੈਲ ਜਾਣੀ ਚਾਰ ਛਪੇਰੇ। ਹਾਂ, ਉੱਚੇ ਨੀਵੇਂ ਜਿਹੜੇ ਆ ਉਹ ਸਾਰੇ ਜਾਣ ਜਾਣਗੇ, ਸਾਰਿਆਂ ਨੂੰ ਪਤਾ ਲੱਗ ਜਾਵੇਗਾ ਵੀ ਮਰ ਗਿਆ ਪਾਪੀ। ਇਸ ਤਰ੍ਹਾਂ ਕਹਿ ਸੁਣ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਪਿਆਰੇ ਦਇਆ ਸਿੰਘ ਜੀ ਦੀਆਂ ਬੇਨਤੀਆਂ, ਪਿਆਰੇ ਦਇਆ ਸਿੰਘ ਜੀ ਨੇ ਸਤਿਗੁਰੂ ਜੀ ਦੇ ਬਚਨ ਸੁਣੇ। ਪਿਆਰੇ ਦਇਆ ਸਿੰਘ ਜੀ ਉਤਸ਼ਾਹ ਦੇ ਨਾਲ ਹੁਣ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹੇ ਹਨ। ਪੂਰੇ ਸਤਿਗੁਰੂ ਜੀ ਦਿਨ ਪ੍ਰਤੀ ਦਿਨ
ਕੂਚ ਕਰ ਰਹੇ ਆ। ਰਾਤ ਨੂੰ ਆਰਾਮ ਕਰਦੇ ਆ, ਦਿਨੇ ਫਿਰ ਚਾਲੇ ਪਾ ਦਿੰਦੇ ਦੱਖਣ ਵੱਲ ਨੂੰ। ਕਿਤੇ ਰਸਤੇ ਵਿੱਚ ਕਹਿੰਦੇ ਵੀ ਕਈ ਅੜ ਵੀ ਪੈਂਦੇ ਆ ਗੁਰੂ ਕੇ ਫੌਜ ਦੇ ਨਾਲ, ਸੂਰਮਿਆਂ ਦੇ ਨਾਲ, ਤੇ ਫਿਰ ਹੱਲਾ ਵੀ ਬੋਲਣਾ ਪੈਂਦਾ ਹੈ। ਲੁੱਟ ਕੁੱਟ ਵੀ ਹੁੰਦੀ ਹੈ, ਡਾਂਗ ਸੋਟਾ ਵੀ ਚੱਲਦਾ, ਸ਼ਸਤਰ ਚੱਲ ਪੈਂਦੇ ਰਾਹ ਵਿੱਚ ਗੁਰੂ ਕੇ ਸਿੰਘਾਂ ਦੇ। ਤੇ ਕਈ ਸ਼ਰਧਾ ਵਾਲੇ ਆ, ਉਹ ਭਾਵਨਾ ਨਾਲ ਮਿਲਦੇ, ਦਸਵੇਂ ਪਾਤਸ਼ਾਹ ਦੇ ਚਰਨੀ ਹੱਥ ਲਾਉਂਦੇ ਕਿ ਮਹਾਰਾਜ ਤੁਸੀਂ ਸਾਡੇ ਇਲਾਕੇ ਵਿੱਚ ਇੱਧਰ ਦਾਏ ਚਰਨ ਪਾਏ, ਧੰਨ ਭਾਗ ਸਾਡੇ। ਕਈ ਹੰਕਾਰੀ ਅੜ ਵੀ ਪੈਂਦੇ, ਉਹਨਾਂ ਨਾਲ ਫਿਰ ਡਾਂਗ ਸੋਟਾ ਵੀ ਹੁੰਦਾ ਹੈ। ਕਈ ਭਾਵਨਾ ਨਾਲ ਉਹ ਮਹਾਰਾਜ ਦੇ ਚਰਨੀ ਨਮਸਕਾਰਾਂ ਕਰਦੇ ਹਨ। ਸਾਰੀ ਤਰ੍ਹਾਂ ਦੀ ਦੁਨੀਆ ਹੈ ਸ੍ਰਿਸ਼ਟੀ ਵਿੱਚ। ਇਸ ਤਰ੍ਹਾਂ ਸੋਭਾ ਵਾਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਦੇ ਇਲਾਕੇ ਨੂੰ ਮਹਾਰਾਜ ਸਾਹਿਬ ਜੀ ਅੱਗੇ ਜਾ ਰਹੇ ਆ ਰਸਤੇ ਤੇ। ਨਗਰਾਂ ਨਗਰਾਂ ਦੇ ਪਿੰਡਾਂ ਦੇ ਚੌਧਰੀ ਜਿਹੜੇ ਹਨ, ਉਹ ਭਾਵਨਾ ਨਾਲ ਜਿਹੜੇ ਮਿਲਦੇ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਸੁੱਖ ਦੇ ਕੇ ਜਾਂਦੇ। ਉਹ ਦਿਨੇ ਰਾਤ ਸੁਖੀ ਵਸਦੇ। ਜਿਹੜੇ ਨਹੀਂ ਮਿਲਦੇ ਭਾਵਨਾ ਨਾਲ, ਆਪਣੀ ਤਾਕਤ ਪ੍ਰਗਟ ਕਰਦੇ, ਹੰਕਾਰ ਧਾਰਨ ਕਰਦੇ, ਉਹ ਜਿਹੜੇ ਆਪਣਾ ਦਬਦਬਾ ਜਿਹਾ ਸਿੰਘਾਂ ਉੱਤੇ ਪਾਉਣਾ ਚਾਹੁੰਦੇ ਜਾਂ ਹੰਕਾਰ ਜਿਹਾ ਕਰਕੇ ਕੋਈ ਵਾਧਾ ਘਾਟਾ ਕਰਦੇ, ਉਹਨਾਂ ਉੱਤੇ ਫਿਰ ਗੁਰੂ ਕੇ ਸਿੰਘਾਂ ਦਾ ਵੀ ਮਾਰਾ ਬਕਾਰਾ ਹੋ ਜਾਂਦਾ। ਤਫੰਗਾਂ ਵੀ ਚੱਲ ਪੈਂਦੀਆਂ, ਬੰਦੂਕਾਂ ਚੋਂ ਗੋਲੀਆਂ ਚੱਲ ਪੈਂਦੀਆਂ। ਜਿਹੜੇ ਅੜ ਜਾਂਦੇ ਹੰਕਾਰੀ ਰਾਹ ਵਿੱਚ ਜਾਂਦਿਆਂ ਹੋਇਆਂ, ਉਹਨਾਂ ਨੂੰ ਖਾਲਸਾ ਮਾਰ ਲੈਂਦਾ। ਉਹਨਾਂ ਨੂੰ ਲੁੱਟ ਕੁੱਟ ਕੇ ਫਿਰ ਆਹਾਰ ਹੋ ਜਾਂਦਾ। ਇਸ ਤਰ੍ਹਾਂ ਦਿਨ ਪ੍ਰਤੀ ਦਿਨ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪਿਆਨਾ ਹੋ ਰਿਹਾ ਹੈ ਦੱਖਣ ਵੱਲ ਨੂੰ। ਹਰ ਰੋਜ਼ ਨਵਾਂ ਹੀ ਇਲਾਕਾ ਵੇਖਦੇ ਹਨ ਗੁਰੂ ਕੇ ਸਿੰਘ ਕਲਗੀਧਰ ਪਾਤਸ਼ਾਹ ਜੀ ਨਾਲ। ਜਿਹੜੇ ਜਿਹੜੇ ਨਗਰ ਥਾਣੀ, ਜਿਹੜੇ ਜਿਹੜੇ ਸ਼ਹਿਰ ਥਾਣੀ ਲੰਘਦੇ ਆ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਬਹੁਤ ਰੌਲਾ ਪੈਂਦਾ ਹੈ, ਕਿਉਂਕਿ ਨਗਾਰਾ ਖੜਕਦੇ ਆ, ਘੋੜੇ ਹਿਣਕਦੇ ਆ। 2200 ਦੇ ਲਗਭਗ ਘੋੜ ਸਵਾਰ ਉਸ ਮੌਕੇ ਵੀ ਮਹਾਰਾਜ ਦੇ ਨਾਲ ਸੀ। ਫਿਰ ਪੈਦਲ ਚੱਲਣ ਵਾਲੇ ਵੀ ਆ, ਤੇ ਨਿਸ਼ਾਨ ਝੁੱਲਦੇ ਆ, ਨਗਾਰੇ ਖੜਕਦੇ ਆ, ਦਗੜ ਦਗੜ ਹੁੰਦੀ ਆ, ਤੇ ਘੋੜਿਆਂ ਦਾ ਹਿਣਕਣਾ ਹੁੰਦਾ ਵਾ। ਫਿਰ ਸੁੰਮਾਂ ਦੀ ਆਵਾਜ਼ ਹੈ, ਫਿਰ ਸਿੰਘ ਜਕਾਰੇ ਵੀ ਬੁਲਾਉਂਦੇ ਹੀ ਆ। ਤੋ ਇਸ ਕਰਕੇ ਬੜੀਆਂ ਆਵਾਜ਼ਾਂ ਹੁੰਦੀਆਂ ਹਨ। ਇਸ ਤਰ੍ਹਾਂ ਜਦੋਂ ਧੂਮ ਧਾਕ ਹੁੰਦੀ ਹੈ ਨਾ, ਪੂਰੀ ਧਾਕ ਪੈਂਦੀ ਹੈ, ਤੇ ਇਸੇ ਤਰ੍ਹਾਂ ਧੂਮ ਧਾਕ ਤੇ ਧੁੱਦਲ ਆਦਿਕ ਜਿਹੜੀ ਉਹ ਵੀ ਉੱਡ ਕੇ ਆਕਾਸ਼ ਨੂੰ ਜਾਂਦੀ ਹੈ। ਧਾਕ ਪੈਂਦੀ, ਨਗਾਰੇ ਤੇ ਪੂਰੀਆਂ ਚੋਬਾਂ ਵੱਜਦੀਆਂ, ਦਿਲ ਜਿਹੜੇ ਆ ਉਹ ਕੰਬਦੇ ਹਨ, ਤੇ ਸੁਣ ਸੁਣ ਕੇ ਬਹੁਤੇ ਡਰਦੇ ਹਨ। ਇਸ ਤਰ੍ਹਾਂ ਜਦੋਂ ਕੁਝ ਇਲਾਕਾ ਲੰਘ ਕੇ ਅੱਗੇ ਚਲੇ ਗਏ, ਅੱਗੇ ਫਿਰ ਸੁਣਿਆ ਕਿਸੇ ਤੋਂ ਵੀ ਅੱਗੇ ਜਿਹੜਾ ਰਸਤਾ ਹੈ ਉਹ ਔਖਾ ਹੈ, ਕਠਿਨ ਹੈ। ਵੀ ਤੋਪਾਂ ਵੀ ਨਾਲ ਸੀ, ਬੰਦੂਕਾਂ ਵੀ ਨਾਲ ਸੀ। ਮਹਾਰਾਜ ਸਾਹਿਬ ਜੀ ਦੇ ਤੋਪਾਂ ਦਾ ਵੀ ਜ਼ਿਕਰ ਆਇਆ ਕਿ ਜਿਹੜੀਆਂ ਤੋਪਾਂ ਵਾ ਉਹ ਲੰਘ ਨਹੀਂ ਸਕਣਗੀਆਂ, ਅੱਗੇ ਪਹਾੜੀ ਇਲਾਕਾ ਜਿਹਾ ਆ ਗਿਆ ਹੈ। ਰਸਤੇ ਦੇ ਵਿੱਚ ਉਹ ਬਹੁਤੇ ਜਿਹੜੇ ਪੱਥਰ ਛੋਟੇ ਵੱਡੇ ਪਏ ਹੋਏ ਹਨ, ਰਸਤਾ ਖਰਾਬ ਹੈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਣਿਆ ਵੀ ਇਹ ਰਸਤਾ ਜਿਹੜਾ ਇਹ ਵਿਖਮ ਹੈ, ਕਠਿਨ ਹੈ, ਰਸਤੇ ਵਿੱਚ ਬਹੁਤ ਪੱਥਰ ਰੋੜ ਪਏ ਹੋਏ ਹਨ, ਫਿਰ ਉਸ ਤਰਫੋਂ ਕਿਰਪਾ ਦੇ ਖਜ਼ਾਨੇ ਹਟ ਗਏ, ਤੇ ਹੋਰ ਪਾਸੇ ਦੀ ਜਿਹੜਾ ਸੌਖਾ ਰਸਤਾ ਸੀ, ਜਿਹੜਾ ਉਸ ਦੇਸ਼ ਦਾ ਇਲਾਕੇ ਦਾ ਬਹੁਤਾ ਜਾਣੂ ਸੀ, ਭੇਦ ਜਾਣਨ ਵਾਲਾ ਵੀ ਕਿੱਧਰ ਵਧੀਆ ਰਸਤਾ ਹੈ, ਉਸ ਜਾਣੂ ਨੇ ਦੱਸਿਆ ਹੈ। ਉਸ ਇਲਾਕੇ ਦੇ ਚੰਗੀ ਤਰ੍ਹਾਂ ਭੇਦ ਜਾਣਨ ਵਾਲੇ ਨੇ ਕਿ ਇਹ ਮਹਾਰਾਜ ਇੱਧਰ ਪਹਾੜ ਤੇ ਘਾਟੀਆਂ ਹਨ ਬਹੁਤੀਆਂ, ਇਸ ਕਰਕੇ ਰਸਤਾ ਔਖਾ ਹੈ, ਕਠਿਨ ਹੈ, ਔਖੀ ਬਾਟ ਹੈ, ਔਖਾ ਰਸਤਾ ਇੱਧਰ ਦੀ ਨਹੀਂ ਮਹਾਰਾਜ। ਇਹ ਆਪ ਜੀ ਦਾ ਜੋ ਇਹ ਤੋਪਖਾਨਾ ਆਦਿਕ ਹੈ, ਇਹ ਨਹੀਂ ਪਹੁੰਚ ਸਕੇਗਾ।
ਉਹ ਜਿਹੜਾ ਦੂਸਰਾ ਰਸਤਾ ਹੈ ਉਧਰ ਦੀ ਮਾਰੇ ਸੌਖਾ ਜਾਇਆ ਜਾ ਸਕਦਾ ਹੈ। ਕਿਰਪਾ ਦੇ ਘਰ ਸੁਣ ਕਰਕੇ ਕਹਿਣ ਲੱਗੇ ਵੀ ਸੌਖੇ ਰਸਤੇ ਥਾਣੀ ਜਾਣਾ ਚਾਹੀਦਾ ਹੈ, ਜਿੱਧਰ ਇਹ ਜਿਆਦੇ ਰੋਡ ਪੱਥਰ ਨਹੀਂ ਹਨ। ਹੌਲੀ ਹੌਲੀ ਸੁਖ ਪੂਰਵਕ ਪੜਾ ਕਰਦੇ ਹੋਏ ਜਾ ਰਹੇ ਦਸ਼ਮੇਸ਼ ਪਾਤਸ਼ਾਹ। ਹਾਂ, ਉਧਰ ਦੇ ਦੇਸ਼ ਵੱਲ ਨੂੰ, ਦੱਖਣ ਦੇਸ਼ ਵੱਲ ਨੂੰ ਜਾ ਰਹੇ ਆ ਮਹਾਰਾਜ ਸਾਹਿਬ ਜੀ ਸਫ਼ਰ ਤੈਅ ਕਰਦੇ ਹੋਏ। ਹਾਂ, ਜਿਹੜਾ ਪਰਬਤ ਸੀ ਉਹਦੇ ਪਾਰ ਪਹੁੰਚ ਗਏ। ਅਗਲੇ ਪਾਸੇ ਪਹੁੰਚ ਕਰਕੇ ਵੇਖਿਆ ਸੋਹਣਾ ਦੇਸ਼, ਬਹਾਰ ਹੈ ਪੂਰੀ ਹੈ, ਹਰੇ ਭਰੇ ਹਨ ਸਾਰੇ ਦਰਖਤ ਤੇ ਬਹਾਰ ਹੈ, ਖੇੜਾ ਹੈ। ਸਫਲ ਫਲਾਂ ਵਾਲੇ, ਪੱਤਿਆਂ ਵਾਲੇ ਬਹੁਤੇ ਦਰਖਤ ਹਰੇ ਭਰੇ ਖਲੋਤੇ ਹਨ। ਸੁੱਖ ਦੇਣ ਵਾਲੇ ਦਰਖਤਾਂ ਬਹੁਤੀ ਸੰਘਣੀ ਛਾਂ ਹੈ ਜਿਨ੍ਹਾਂ ਦਰਖਤਾਂ ਦੀ। ਬਾਗ ਵਾਲਾ ਇਲਾਕਾ ਵੇਖਿਆ, ਤੜਾਗ ਤਲਾਅ ਹੈ, ਬਹੁਤੇ ਥਾਵਾਂ ਦੇ ਉੱਤੇ ਜਲ ਵੀ ਹੈ, ਜਲ ਦੇ ਸਮੇਤ ਇਲਾਕਾ ਵੇਖਿਆ, ਬਾਗਾਂ ਦੀ ਹਰਿਆਵਲਤਾ ਦੇ ਸਹਿਤ। ਜਿਸ ਇਲਾਕੇ ਨੂੰ ਵੇਖ ਕਰਕੇ ਬਹੁਤ ਆਨੰਦ, ਖੁਸ਼ੀ ਪ੍ਰਾਪਤ ਹੁੰਦੀ ਹੈ, ਆਨੰਦ ਦਿੰਦਾ ਹੈ। ਉੱਥੇ ਮਹਾਰਾਜ ਸਾਹਿਬ ਜੀ ਨੇ ਬੌਲੀਆਂ ਤੇ ਖੂਹ ਵੇਖੇ, ਆਪ ਨਾਮ ਹੈ ਪਾਣੀ ਦਾ, ਆਪ ਮਲਹੀਨ, ਮੈਲ ਤੋਂ ਹੀਨ ਕਹਿੰਦੇ ਵੀ ਖੂਹ ਤੇ ਬੌਲੀਆਂ ਦਾ ਪਾਣੀ ਵੇਖਿਆ, ਭਾਵ ਨਿਰਮਲ ਜਲ ਹੈ। ਸਬਜੀ ਕਹਿੰਦੇ ਆ ਹਰਿਆਵਲਤਾ ਨੂੰ, ਜਿੱਥੇ ਕਿੱਥੇ ਹਰੀ ਭਰੀ ਹਰਿਆਵਲਤਾ ਨਵੀਂ ਨਵੀਂ ਸੋਭਾ ਪਾ ਰਹੀ ਹੈ। ਸਤਿਗੁਰੂ ਜੀ ਵੇਖ ਕਰਕੇ ਖੁਸ਼ ਹੋ ਗਏ ਤੇ ਉਸੇ ਇਲਾਕੇ ਥਾਣੀ ਲੰਘ ਰਹੇ ਹਨ, ਹਰਿਆਵਲਤਾ ਵਾਲੇ ਇਲਾਕੇ ਥਾਣੀ। ਸੋਹਣਾ ਥਾਂ ਵੇਖ ਕਰਕੇ ਮਹਾਰਾਜ ਸਾਹਿਬ ਜੀ ਖਾਲਸੇ ਸਮੇਤ ਪੜਾ ਕਰ ਲੈਂਦੇ। ਇਸੇ ਤਰ੍ਹਾਂ ਗੁਰੂ ਕੇ ਸਿੰਘ ਉਸ ਵੇਲੇ ਰਸਤਾਂ ਲੈ ਕੇ ਆਂਦੀਆਂ ਤੇ ਘੋੜਿਆਂ ਵਾਸਤੇ ਤ੍ਰਿਣ ਕਹੀਏ ਘਾਹ ਪੱਠਾ ਲਿਆਂਦਾ, ਲੰਗਰ ਵਾਸਤੇ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਲਿਆਂਦੀਆਂ। ਨੇੜੇ ਨੇੜੇ ਜਿਹੜੇ ਪਿੰਡ ਵਾ ਉਹਨਾਂ ਪਿੰਡਾਂ ਵਿੱਚ ਸਿੰਘਾਂ ਨੇ ਜਾਣਾ ਕੀਤਾ ਤੇ ਰਸਤ ਬਸਤ ਲੈ ਆਂਦੀ ਖਰੀਦ ਕੇ, ਕਿਉਂਕਿ ਉਧਰਲੇ ਇਲਾਕੇ 'ਚ ਮਹਾਰਾਜ ਸਾਹਿਬ ਜੀ ਪਹਿਲੀ ਵਾਰੀ ਜਾ ਰਹੇ ਗਰੀਬ ਨਵਾਜ ਸਾਹਿਬ, ਜਿੱਥੇ ਸੰਗਤਾਂ ਸ਼ਰਧਾਲੂ ਹੁੰਦੇ ਉਹ ਆਪੇ ਲੈ ਆਉਂਦੇ, ਜਿੱਥੇ ਕੋਈ ਨਹੀਂ ਹੈ ਉੱਥੇ ਫਿਰ ਖਰੀਦ ਕੇ ਵੀ ਵਸਤੂਆਂ ਲਿਆਂਦੀਆਂ ਜਾਂਦੀਆਂ। ਇਸੇ ਤਰ੍ਹਾਂ ਦੁੱਧ ਲੈ ਕੇ ਆਂਦਾ, ਦਹੀਂ ਲੈ ਕੇ ਆਂਦਾ, ਘਿਓ ਲਿਆਂਦਾ ਤੇ ਮਿੱਠਾ ਆਦਿਕ ਲੈ ਕੇ ਆਂਦਾ। ਹਾਂ, ਗੁਰੂ ਕੇ ਲੰਗਰਾਂ ਵਿੱਚ ਕੋਈ ਸੰਗਤਾਂ ਵੀ ਲਿਆ ਕਰਕੇ ਇਹ ਸਾਰੀ ਰਸਤ ਬਸਤ ਭੇਟ ਕਰਦੀਆਂ। ਇਸ ਪ੍ਰਕਾਰ ਸੁੱਖਾਂ ਦੇ ਦਾਤੇ ਸੁੱਖ ਪਾਉਂਦੇ ਹੋਏ ਹੌਲੀ ਹੌਲੀ ਸੁਖ ਪੂਰਵਕ ਰਸਤੇ ਤੇ ਜਾ ਰਹੇ ਹਨ। ਇੰਨੇ ਚਿਰ ਨੂੰ ਕਹਿੰਦੇ ਵੀ ਕੋਈ ਦੱਖਣ ਦੇ ਇਲਾਕੇ ਚੋਂ ਆ ਗਿਆ ਹੈ। ਉਹ ਦੱਖਣ ਵਿੱਚੋਂ ਆਉਣ ਵਾਲੇ ਪ੍ਰੇਮੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੇ, ਗੁਰੂ ਜੀ ਦਾ ਦਰਸ਼ਨ ਕੀਤਾ ਤੇ ਪ੍ਰਸੰਗ ਸੁਣਾਇਆ। ਪ੍ਰਸੰਗ ਕੀ ਸੁਣਾਇਆ ਕਿ ਮਹਾਰਾਜ ਔਰੰਗਜ਼ੇਬ ਮਰ ਗਿਆ ਹੈ। ਸਤਿ ਸ੍ਰੀ ਅਕਾਲ। ਔਰੰਗਜ਼ੇਬ ਬਹੁਤਾ ਦੁੱਖ ਪਾ ਕਰਕੇ ਮਰ ਗਿਆ ਹੈ। ਮਹਾਰਾਜ ਸਾਰੇ ਦੇਸ਼ਾਂ ਦੇ ਵਿੱਚ ਰੌਲਾ ਮੱਚਿਆ ਹੋਇਆ ਹੈ ਕਿ ਔਰੰਗਜ਼ੇਬ ਬਾਦਸ਼ਾਹ ਮਰ ਗਿਆ ਹੈ। ਫਿਰ ਇਹ ਗੱਲਬਾਤ ਸੁਣ ਕਰਕੇ ਸਿੰਘਾਂ ਨੇ ਪੁੱਛਣਾ ਕੀਤਾ, ਕਹਿਣ ਲੱਗੇ ਵੀ ਇਹ ਵੀ ਦੱਸ ਭਾਈ ਸਿੰਘਾ ਕਿ ਕਿਸ ਬਿਮਾਰੀ ਦੇ ਨਾਲ ਕਿਵੇਂ ਮਰਿਆ ਹੈ। ਫਿਰ ਸਾਰਾ ਬ੍ਰਿਤਾਂਤ ਦੱਸਣ ਲੱਗਾ। ਉਹ ਦੱਖਣ ਵਿੱਚੋਂ ਆਇਆ ਹੋਇਆ ਪ੍ਰੇਮੀ, ਹਾਂ ਦਿੱਲੀ ਦਾ ਈਸ਼ਰ ਕਹਾਉਣ ਵਾਲਾ ਸੀ ਨਾ ਆਪਣੇ ਆਪ ਨੂੰ ਔਰੰਗਜ਼ੇਬ। ਕਹਿੰਦੇ ਜਿਸ ਪ੍ਰਕਾਰ ਨਾਲ ਦਿੱਲੀ ਦੇ ਈਸ਼ਰ ਦਾ ਅੰਤ ਹੋਇਆ, ਵੀ ਦਿੱਲੀ ਦੇ ਬਾਦਸ਼ਾਹ ਦਾ ਜਿਵੇਂ ਅੰਤ ਹੋਇਆ, ਉਹ ਸਿੰਘ ਦੱਸਣ ਲੱਗਾ। ਕਹਿਣ ਲੱਗਾ ਵੀ ਸਿੰਘੋ ਗੱਲ ਇਹ ਆ, ਜਦੋਂ ਕਲਗੀਧਰ ਪਾਤਸ਼ਾਹ ਨੇ ਜਫਰਨਾਮਾ ਭੇਜਿਆ, ਫਤਿਹ ਦੀ ਚਿੱਠੀ ਭੇਜੀ ਔਰੰਗਜ਼ੇਬ ਕੋਲੇ, ਤੇ ਉਸ ਜਫਰਨਾਮੇ ਨੂੰ ਖੋਲ ਕਰਕੇ ਔਰੰਗਜ਼ੇਬ ਨੇ ਜਦੋਂ ਪੜ੍ਹਿਆ,
ਉਦੋਂ ਤੋਂ ਹੀ ਉਹਦੇ ਸਰੀਰ ਦੇ ਵਿੱਚ ਬਿਮਾਰੀ ਪੈਦਾ ਹੋ ਗਈ। ਕਿਉਂਕਿ ਜੋ ਇਹਨੇ ਕੁਕਰਮ ਕੀਤੇ ਨਾ, ਜੋ ਇਹਨੇ ਵਾਅਦੇ ਕੀਤੇ, ਵਧੀਕੀਆਂ ਕੀਤੀਆਂ, ਮਹਾਰਾਜ ਸਾਹਿਬ ਜੀ ਨੇ ਉਹ ਜਫਰਨਾਮੇ ਵਿੱਚ ਲਿਖ ਕਰਕੇ ਸਭ ਕੁਝ ਭੇਜਿਆ ਕਿ ਤੂੰ ਰਾਜ ਭਾਗ ਦਾ ਮਾਲਕ ਬਣ ਕੇ ਆ ਕਰਤੂਤਾਂ ਕੀਤੀਆਂ ਜਿਹੜੀਆਂ ਤੈਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ। ਤੇ ਇੰਨੇ ਉਹਦੇ ਵਿੱਚ ਮਹਾਰਾਜ ਦੇ ਉਹ ਬਚਨ ਜਿਹੜੇ ਆ ਤੀਰਾਂ ਵਰਗੇ ਆ, ਤੀਰਾਂ ਵਰਗੇ ਹਿਰਦੇ 'ਚ ਵੱਜੇ ਜਾ ਕੇ ਜੋ ਕੀਤਾ ਸੀ ਇਹਨੇ। ਤਾਂ ਉਹ ਪੜ੍ਹ ਕਰਕੇ ਇੱਕ ਇੱਕ ਬਚਨ ਤੇ ਨਾਲ ਹੀ ਫਿਰ ਬਿਮਾਰ ਹੁੰਦਾ ਗਿਆ। ਤਾਂ ਕਹਿੰਦੇ ਹਨ ਕਿ ਜਿਸ ਵੇਲੇ ਪੜ੍ਹਿਆ ਉਸ ਮੌਕੇ ਤੇ ਫਿਰ ਇਹਦੇ ਸਰੀਰ ਦੇ ਵਿੱਚ ਬਿਮਾਰੀ ਪੈਦਾ ਹੋ ਗਈ। ਵੈਦਾਂ ਹਕੀਮਾਂ ਨੇ ਅਨੇਕ ਪ੍ਰਕਾਰ ਦੀ ਹਿਕਮਤ ਕੀਤੀ, ਇਲਾਜ ਕੀਤੇ। ਜੋ ਆਹਾਰ ਖਾਂਦਾ ਹੈ ਨਾ, ਭੋਜਨ ਖਾਂਦਾ, ਉਹ ਪਚਦਾ ਹੀ ਨਹੀਂ ਔਰੰਗਜ਼ੇਬ ਨੂੰ, ਇੰਨਾ ਬਿਮਾਰ ਹੋ ਗਿਆ। ਖਾਧਾ ਪੀਤਾ ਹਿਰਦੇ ਤੋਂ ਥੱਲੇ ਨਹੀਂ ਉਤਰਦਾ, ਨਾਭੀ ਤੋਂ ਥੱਲੇ ਨਹੀਂ ਜਾਂਦਾ ਹੈ ਖਾਧਾ ਪੀਤਾ। ਜਦੋਂ ਕੋਈ ਵੀ ਖਾਣਾ ਖਾਂਦਾ ਹੈ, ਕੋਈ ਵੀ ਭੋਜਨ ਖਾਂਦਾ ਹੈ, ਉਹ ਕਿੰਨਾ ਚਿਰ ਢਿੱਡ ਦੇ ਉੱਤੇ ਹੀ ਰਹਿੰਦਾ ਵਾ, ਥੱਲੇ ਜਾਂਦਾ ਹੀ ਨਹੀਂ ਹੈ। ਤੇ ਫਿਰ ਸਾਰਾ ਮੂੰਹ ਦੀ ਰਾਹੀਂ ਬਾਹਰ ਨਿਕਲਦਾ। ਮੂੰਹ ਥਾਣੀ ਖਾਧਾ ਹੋਇਆ ਕੁਝ ਸਮਾਂ ਉਹ ਛਾਤੀ ਤੇ ਟਿਕਿਆ ਰਹਿੰਦਾ ਹੈ ਤੇ ਫਿਰ ਉਹ ਹਜਮ ਨਹੀਂ ਹੁੰਦਾ, ਫਿਰ ਉਸੇ ਤਰ੍ਹਾਂ ਵਾਪਸ ਮੂੰਹ ਥਾਣੀ ਨਿਕਲ ਜਾਂਦਾ ਹੈ। ਇਹ ਬਿਮਾਰੀ ਐਸੀ ਲੱਗੀ ਔਰੰਗਜ਼ੇਬ ਨੂੰ। ਤੇ ਵਿਸ਼ਟਾ ਦੇ ਬਰਾਬਰ ਹੋ ਕਰਕੇ ਬਾਹਰ ਨਿਕਲਦਾ, ਉਹ ਗੰਦਗੀ ਬਣ ਕੇ ਅੰਦਰ ਹੀ ਵਿਸ਼ਟਾ ਬਣ ਕੇ ਫਿਰ ਮੂੰਹ ਥਾਣੀ ਵਿਸ਼ਟਾ ਬਾਹਰ ਨਿਕਲਦੀ। ਕੈਸੀ ਹਾਲਤ ਹੋਈ। ਗੁਰੂ ਹਰਿਰਾਏ ਸਾਹਿਬ ਜੀ ਨੇ ਉਹ ਗੰਦਗੀ ਦਾ ਟੋਕਰਾ ਵਿਖਾਇਆ ਸੀ ਨਾ, ਸਿਰ ਦੇ ਵਿੱਚ, ਮੂੰਹ ਤੇ ਵੀ, ਅੱਖਾਂ ਤੇ ਵੀ, ਨਾਸਾਂ ਤੇ ਵੀ, ਸਾਰੇ ਸਰੀਰ ਤੇ ਪਿਆ ਹੋਇਆ ਸੀ ਵੀ ਤੇਰੀ ਆਹ ਹਾਲਤ ਵਾ। ਤੇ ਦਾਰਾਸ਼ਕੋ ਧਰਮੀ ਸੀ, ਉਹ ਪ੍ਰਲੋਕ ਦਾ ਰਾਜ ਭੋਗਦਾ ਪਿਆ। ਇਹ ਸਾਰੇ ਲੈਣੇ ਦੇਣੇ ਪੈਂਦੇ ਆ ਜਿਸ ਤਰ੍ਹਾਂ ਦਾ ਕੋਈ ਕਰਦਾ ਵਾ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਬਾਬਾ ਜੀ ਨੇ ਆਖਿਆ ਨਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ, ਵੀ ਜਿਹੋ ਜਿਹਾ ਬੰਦਾ ਬੀਜਦਾ ਵਾ ਉਹੋ ਜਿਹਾ ਨੂੰ ਵੱਢਣਾ ਪੈਂਦਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਇਸ ਕਰਕੇ ਜੇ ਵਾਹਿਗੁਰੂ ਨੇ ਕੋਈ ਪਦਵੀ ਦਿੱਤੀ ਆ ਤੇ ਲੋਕਾਂ ਦਾ ਭਲਾ ਕਰ, ਚੰਗੇ ਕੰਮ ਕਰ, ਕਿਸੇ ਨੂੰ ਸੁੱਖ ਦੇ, ਪਰਉਪਕਾਰ ਕਰ। ਤਾਂ ਉਹ ਫਿਰ ਖਾਧਾ ਪੀਤਾ ਕੁਝ ਸਮਾਂ ਛਾਤੀ ਤੇ ਹੀ ਅੰਦਰ ਪੇਟ 'ਚ ਰਹਿੰਦਾ ਹੈ ਤੇ ਫਿਰ ਗੰਦਗੀ ਦਾ ਰੂਪ ਧਾਰਨ ਕਰਕੇ ਤੇ ਮੂੰਹ ਥਾਣੀ ਬਾਹਰ ਆਉਂਦਾ ਹੈ। ਉਹ ਸਿੰਘ ਦੱਸ ਰਿਹਾ ਵੀ ਇਸ ਤਰ੍ਹਾਂ ਕਈ ਦਿਨ ਔਰੰਗਜ਼ੇਬ ਨੇ ਸੰਕਟ ਪਾਇਆ, ਦੁੱਖ ਪਾਇਆ। ਜਿਹੜੇ ਬਹੁਤੇ ਪਾਪ ਕੀਤੇ ਨਾ, ਉਹਨਾਂ ਪਾਪਾਂ ਨੇ ਬੜਾ ਫਲ ਵਿਖਾਇਆ ਫਿਰ ਔਰੰਗਜ਼ੇਬ, ਕਿਉਂਕਿ ਪਾਪਾਂ ਦਾ ਫਲ ਜਿਹੜਾ ਉਹ ਭੋਗਣਾ ਪੈਂਦਾ ਹੈ। ਤੇ ਹੁਣ ਵਿਸ਼ਟਾ ਗੰਦਗੀ ਜਿਹੜੀ ਉਹ ਮੂੰਹ ਥਾਣੀ ਨਿਕਲਦੀ ਹੈ ਬਾਹਰ। ਤੇ ਜਮਦੂਤ ਭਿਆਨਕ ਰੂਪ ਧਾਰਨ ਕਰਕੇ ਔਰੰਗਜ਼ੇਬ ਦੇ ਸਾਹਮਣੇ ਆਉਂਦੇ ਤੇ ਆਪਣਾ ਆਪ ਵਿਖਾਉਂਦੇ ਆ ਕਿ ਹੁਣ ਥੋੜੇ ਕੁ ਦਿਨ ਤੂੰ ਪਾ ਦੁੱਖ, ਮੁੜ ਕੇ ਤੈਨੂੰ ਲੈ ਕੇ ਜਾਣੇ, ਤੇਰੇ ਮਾਰ ਕੇ ਸਿਰ ਦੇ ਵਿੱਚ ਡੰਡੇ ਨਾ ਤੈਨੂੰ ਖੜਦੇ ਆ, ਤੂੰ ਬਾਦਸ਼ਾਹ ਬਣ ਕੇ ਚੰਗੇ ਕੰਮ ਨਹੀਂ ਕੀਤੇ। ਬਾਣੀ ਵਿੱਚ ਮਹਾਰਾਜ ਨੇ ਫਰਮਾਇਆ, ਗਲ 'ਚ ਸੰਗਲ ਪਾ ਕੇ ਧਰੂ ਕੇ ਖੜਦੇ ਅਗਲੇ, ਗਲ ਸੰਗਲ ਸਿਰ ਮਾਰੇ ਕੂਪਾਓ। ਗਲ ਵਿੱਚ ਸੰਗਲ ਪਾ ਕੇ ਤੇ ਫਿਰ ਸਿਰ 'ਚ ਮਾਰਦੇ ਸੋਟੇ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉਹ ਡੰਡਾ ਇੰਨਾ ਭਾਰਾ ਤੇ ਇੰਨੀ ਜ਼ੋਰ ਨਾਲ ਮਾਰਦੇ, ਝੱਲਿਆ ਵੀ ਨਹੀਂ ਜਾਂਦਾ ਫਿਰ। ਤੋ ਇਸ ਕਰਕੇ ਉਹ ਜਮਦੂਤ ਭਿਆਨਕ ਰੂਪ ਆਪਣਾ ਵਿਖਾਉਂਦੇ ਹਨ ਸਾਹਮਣੇ ਆ ਕੇ। ਉਹਨਾਂ ਨੂੰ ਵੇਂਦਾ ਕਦੀ ਬਰੜਾਉਣ ਲੱਗ ਪੈਂਦਾ ਹੈ। ਜਦੋਂ ਐਸੀ ਹਾਲਤ ਵਿੱਚ ਹੁੰਦਾ ਨਾ ਪਾਪੀ ਮਨੁੱਖ, ਤੇ ਉਹ ਆਪਣੇ ਆਪ ਬੋਲਦਾ ਹੈ ਤੇ ਘਰ ਵਾਲੇ ਕਹਿੰਦੇ ਬਿਮਾਰ ਹੋਣ ਕਰਕੇ ਬੋਲੀ ਜਾਂਦਾ ਹੈ। ਠੀਕ ਹੈ, ਬਿਮਾਰੀ ਵੀ ਕਰਮਾਂ ਦਾ ਫਲ ਹੈ, ਪਰ ਸਾਹਮਣੇ ਦਿਸਦੇ ਹੁੰਦੇ ਉਹ ਜਿਨ੍ਹਾਂ ਨੇ ਲੈ ਕੇ ਜਾਣਾ।
ਉਹਨਾਂ ਵੱਲੇ ਵੇਖ ਵੇਖ ਕੇ ਫਿਰ ਬਰੜਾਉਂਦਾ ਵਾ, ਅਰੜਾਉਂਦਾ ਵਾ, ਰਾੜ ਪੈਂਦਾ ਹੈ। ਫਿਰ ਜਿਵੇਂ ਬਾਣੀ ਚ ਮਾਰ ਅਰੜਾਵੇ ਬਿਲ ਲਾਵੇ ਨਿੰਦਕ, ਰਾੜ ਵੀ ਪੈਂਦਾ ਹੈ, ਵਿਰਲਾਪ ਵੀ ਕਰਦਾ ਹੈ ਵੀ ਕਿੱਡਾ ਵੱਡਾ ਨਿੰਦਕ ਸੀ ਇਹ। ਹੋਰ ਜਿੱਥੇ ਬਹੁਤੇ ਪਾਪ ਕੀਤੇ ਉੱਥੇ ਨਿੰਦਿਆ ਵੀ ਬਹੁਤੀ ਕੀਤੀ। ਅਰੜਾਵੇ ਬਿਲ ਲਾਵੇ ਨਿੰਦਕ, ਕਬ ਅਰੜਾਏ ਮੂਰਛਾ ਪਾਏ, ਫਿਰ ਮੂਰਛਾ ਪਾ ਲੈਂਦਾ, ਬੇਹੋਸ਼ ਹੋ ਜਾਂਦਾ ਹੈ ਅਰੜਾ ਕੇ। ਹਾਂ, ਤੇ ਕਦੀ ਘੁੰਮਦਾ ਰਹਿੰਦਾ ਹੈ, ਅੱਖਾਂ ਖੁੱਲੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦਾ ਬਹੁਤਾ ਕਸ਼ਟ ਪਾ ਕਰਕੇ ਨਾ ਫਿਰ ਮਰ ਗਿਆ। ਜਦੋਂ ਇਹਨੇ ਜਫਰਨਾਮਾ ਪੜ੍ਹਿਆ ਨਾ, ਇਹਨੇ ਫਤਿਹ ਨਹੀਂ ਸੀ ਪੜ੍ਹਦਾ ਏ, ਜੋ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖੀ, ਕਹਿੰਦਾ ਨਹੀਂ ਫਤਿਹ ਨਹੀਂ ਬੋਲਣੀ। ਅੜਿਆ ਸੀ ਫਿਰ ਵੀ, ਪਰ ਜਾਨ ਉਦੋਂ ਹੀ ਨਿਕਲੀ ਜਦੋਂ ਫਤਿਹ ਬੋਲੀ ਆ, ਫਤਿਹ ਵਾਹਿਗੁਰੂ ਦੀ ਹੋਈ। ਉਹ ਫਿਰ ਇਹਦੀ ਉਹ ਲੜਕੀ ਨੇ ਆਖਿਆ ਸੀ ਜੇਬ ਨਿਸ਼ਾਨੇ, ਉਹਨੇ ਆਖਿਆ ਵੀ ਪਿਤਾ ਜੀ ਤੂੰ ਬੋਲਣੀ ਨਹੀਂ ਨਾ, ਤੁਸੀਂ ਲਿਖ ਦਿਓ। ਫਿਰ ਇਹਨੇ ਲਿਖ ਦਿੱਤਾ। ਤੇ ਜਦੋਂ ਲਿਖਦਾ ਬੰਦਾ ਤੇ ਉਦੋਂ ਬੋਲੀ ਆਪੇ ਜਾਂਦੀ। ਜਿਹੜੀ ਚੀਜ਼ ਲਿਖੀ ਹੈ, ਜਿਹੜੀ ਚੀਜ਼ ਲਿਖੀ ਉਹ ਪਹਿਲਾਂ ਮਨ 'ਚ ਆਉਂਦੀ ਆ, ਫਿਰ ਰਸਨਾ ਤੇ ਆਉਂਦੀ ਆ, ਫਿਰ ਲਿਖੀ ਜਾਂਦੀ ਹੈ। ਉਹ ਮਨ ਵਿੱਚ ਆਪੇ ਬੋਲੀ ਗਈ ਉਸ ਮੌਕੇ ਤੇ ਜਦੋਂ ਇਹਨੇ ਲਿਖ ਦਿੱਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਇਸ ਤਰ੍ਹਾਂ ਫਿਰ ਇਹ ਬਹੁਤਾ ਕਸ਼ਟ ਪਾ ਕਰਕੇ ਮਰ ਗਿਆ ਔਰੰਗਜ਼ੇਬ। ਕਈ ਦਿਨ ਤੇ ਉਹਨਾਂ ਨੇ ਬਾਹਰ ਗੱਲ ਪ੍ਰਗਟ ਨਹੀਂ ਹੋਣ ਦਿੱਤੀ ਕਿ ਨਾ ਪਤਾ ਲੱਗੇ। ਫਿਰ ਇਹੋ ਜਿਹੀ ਗੱਲ ਲੁਕੀ ਛਿਪੀ ਥੋੜਾ ਰਹਿੰਦੀ ਹੈ, ਫਿਰ ਪ੍ਰਗਟ ਹੋ ਗਈ, ਹੌਲੀ ਹੌਲੀ ਪਤਾ ਲੱਗ ਗਿਆ। ਫਿਰ ਸਾਰੇ ਨਗਰ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਨਾ, ਅਹਿਮਦ ਨਗਰ ਦੇ ਲੋਕਾਂ ਨੂੰ, ਤਾਂ ਉਸ ਵੇਲੇ ਉਹਨਾਂ ਨੇ ਆਖਿਆ ਵੀ ਕੁੱਪਾ ਰੁੜ ਗਿਆ। ਉਦੋਂ ਲੋਕ ਇਹ ਨਹੀਂ ਕਹਿੰਦੇ ਸੀ ਜਦੋਂ ਬਾਦਸ਼ਾਹ ਮਰਦਾ ਸੀ ਵੀ ਬਾਦਸ਼ਾਹ ਮਰ ਗਿਆ, ਕਹਿੰਦੇ ਕੁੱਪਾ ਰੁੜ ਗਿਆ। ਉਹ ਲੋਕਾਂ ਨੇ, ਨਗਰ ਵਾਲਿਆਂ ਨੇ ਆਖਿਆ ਕੁੱਪਾ ਰਿੜਿਓ ਕਹੇ ਪੁਰ ਲੋਕ। ਨਗਰ ਵਾਲੇ ਕਹਿੰਦੇ ਕੁੱਪਾ ਰੁੜ ਗਿਆ। ਫਿਰ ਜਿੱਥੇ ਕਿਤੇ ਸਾਰੇ ਦੇਸ਼ ਵਿੱਚ ਸ਼ੋਕ ਪੈ ਗਿਆ ਕਿ ਕੁੱਪਾ ਰੁੜ ਗਿਆ ਹੈ। ਤਾਂ ਉਸ ਮੌਕੇ ਤੇ ਸੁਣ ਕਰਕੇ ਪੁੱਛਿਆ ਸਤਿਗੁਰੂ ਜੀ ਨੇ ਵੀ ਹੁਣ ਕੌਣ ਇਹ ਤਖਤ ਦਾ ਮਾਲਕ ਬਣਿਆ ਹੈ। ਇਹ ਜਿਹੜਾ ਕੁੱਪਾ ਰੁੜਿਆ ਉਹਦਾ ਥੱਲੇ ਜ਼ਿਕਰ ਕੀਤਾ ਥੋੜਾ ਜਿਹਾ ਭਾਈ ਵੀਰ ਸਿੰਘ ਜੀ ਨੇ। ਉਹ ਕਹਿੰਦੇ ਵੀ ਬਾਦਸ਼ਾਹ ਮਰ ਗਿਆ। ਅਗਲੇ ਸਮੇਂ ਭਾਵ ਪਿਛਲਾ ਜਿਹੜਾ ਸਮਾਂ ਬੀਤਿਆ ਬਾਦਸ਼ਾਹ ਦੇ ਮੌਕੇ ਦਾ, ਵੀ ਉਸ ਸਮੇਂ ਬਾਦਸ਼ਾਹ ਦੇ ਮਰਨ ਨੂੰ ਲੋਕ ਕੁੱਪਾ ਰੁੜਨਾ ਕਹਿੰਦੇ ਸਨ, ਬਾਦਸ਼ਾਹ ਦਾ ਮਰਨਾ ਨਹੀਂ ਸਨ ਕਹਿੰਦੇ, ਕਿਉਂਕਿ ਬਾਦਸ਼ਾਹ ਨਹੀਂ ਮਰਦਾ, ਇੱਕ ਮਰਦਾ ਹੈ ਤੇ ਦੂਜਾ ਤਖਤ ਤੇ ਬਹਿ ਜਾਂਦਾ ਹੈ। ਇਸ ਕਰਕੇ ਬਾਦਸ਼ਾਹ ਦਾ ਬਦਲਣਾ ਕੁੱਪੇ ਦੇ ਹੇਠ ਉੱਤੇ ਹੋਣ ਵਾਂਗ ਹੈ, ਵੀ ਕੁੱਪਾ ਹੀ ਹੇਠ ਉੱਤੇ ਹੋਇਆ, ਵੀ ਇੱਕ ਬਾਦਸ਼ਾਹ ਮਰ ਗਿਆ ਤੇ ਦੂਜਾ ਉਸੇ ਮੌਕੇ ਤੇ ਬਹਿ ਜਾਂਦਾ ਫਿਰ ਤਖਤ ਦੇ ਉੱਤੇ। ਇਸ ਕਰਕੇ ਲੋਕ ਕਹਿੰਦੇ ਸੀ ਜਦੋਂ ਕੋਈ ਬਾਦਸ਼ਾਹ ਮਰਦਾ ਹੀ ਕਹਿੰਦੇ ਕੁੱਪਾ ਰੁੜ ਗਿਆ। ਇਹ ਤੇ ਬਹੁਤਾ ਪਾਪਾਂ ਦਾ ਭਰਿਆ ਹੀ ਕੁੱਪਾ ਸੀ ਨਾ ਜਿਹੜਾ ਰੁੜਿਆ। ਤੋ ਇਸ ਕਰਕੇ ਇਹ ਸਾਰੇ ਪਾਸੇ ਇਹ ਸ਼ੋਕ ਪੈ ਗਿਆ ਵੀ ਕੁੱਪਾ ਰੁੜ ਗਿਆ, ਔਰੰਗਜ਼ੇਬ ਮਰ ਗਿਆ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਪੁੱਛਦੇ ਆ ਉਸ ਸਿੰਘ ਦੇ ਤਾਈ, ਪ੍ਰੇਮੀ ਦੇ ਤਾਈ, ਵੀ ਹੁਣ ਕੌਣ ਤਖਤ ਦੇ ਉੱਤੇ ਹੈ। ਹਾਂ, ਹੁਣ ਕਿਹੜਾ ਕਹਿੰਦੇ ਵੀ ਸ਼ੁਭ ਭਾਗਾਂ ਵਾਲਾ ਹੈ, ਕਿਹੜਾ ਬਾਦਸ਼ਾਹ ਬਣਿਆ ਹੈ। ਫਿਰ ਉਸਨੇ ਆਖਿਆ ਜੀ ਜਿਸ ਦੇ ਪਾਸ ਮਹਾਨ ਲਸ਼ਕਰ ਹੈ, ਬਹੁਤੀ ਫੌਜ ਹੈ, ਉਹ ਔਰੰਗਜ਼ੇਬ ਦਾ ਪੁੱਤਰ ਤਾਰਾ ਆਜਮ ਹੈ। ਇਹ ਪਹਿਲਾਂ ਹੀ ਇਹ ਵਲੀ ਅਹਿਦ ਭਾਵੇਂ ਟਿੱਕਾ ਹੋ ਗਿਆ, ਇਸ ਨੂੰ ਪਹਿਲਾਂ ਹੀ ਬਾਦਸ਼ਾਹੀ ਦਾ ਟਿੱਕਾ ਦਿੱਤਾ ਗਿਆ ਹੈ। ਇਹ ਤਾਰਾ ਆਜਮ ਹੁਣ ਦਿੱਲੀ ਦੀ ਬਾਦਸ਼ਾਹੀ ਉੱਤੇ ਥਿਰ ਹੋ ਗਿਆ, ਟਿਕ ਗਿਆ ਹੈ। ਬਹੁਤੇ ਅਹੁਦੇਦਾਰ ਉਮਰਾਵ ਤੇ ਜਿਹੜੇ ਸਿਆਣੇ ਸਿਆਣੇ ਵਜ਼ੀਰ ਸਾਰੇ ਹੱਥ ਜੋੜ ਕਰਕੇ ਤਾਰੇ ਆਜਮ ਨੂੰ ਮੰਨਦੇ ਹਨ ਆਪਣਾ ਬਾਦਸ਼ਾਹ। ਇਹ ਗੱਲ ਸੁਣ ਕਰਕੇ ਉਸ ਪ੍ਰੇਮੀ ਤੋਂ ਕਲਗੀਧਰ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ ਨਹੀਂ, ਇਹ ਤਾਰਾ ਆਜਮ ਸਲਤਨਤ ਦਾ ਸੁੱਖ ਨਹੀਂ ਪ੍ਰਾਪਤ ਕਰੇਗਾ, ਇਹ ਬਾਦਸ਼ਾਹੀ ਦਾ ਸੁੱਖ ਨਹੀਂ ਪ੍ਰਾਪਤ ਕਰ ਸਕੇਗਾ। ਜਿਵੇਂ ਸੋਭਾ ਵਾਲੇ ਅਕਾਲ ਪੁਰਖ ਦੀ ਰਜਾ ਹੈ,
ਉਹ ਕੁਝ ਬਣੇਗਾ ਹੋਰ ਕੁਝ ਨਹੀਂ ਹੋ ਸਕਦਾ। ਇਸ ਤਰ੍ਹਾਂ ਇਹ ਬਚਨ ਵਿਲਾਸ ਕਰਕੇ ਫਿਰ ਇੱਥੋਂ ਮਹਾਰਾਜ ਨੇ ਅੱਗੇ ਕੂਚ ਕਰ ਦਿੱਤਾ। ਮਹਾਰਾਜ ਨੇ ਭਗੌਰ ਸ਼ਹਿਰ ਸੁਣਿਆ ਵੀ ਨੇੜੇ ਹੀ ਹੈ। ਇਹ ਭਗੌਰ ਸ਼ਹਿਰ ਜਿਹੜਾ ਹੈ ਉਦੈਪੁਰ ਰਾਜ ਵਿੱਚ ਹੈ। ਜਿਸ ਥਾਂ ਦੇ ਉੱਤੇ ਕਹਿੰਦੇ ਵੀ ਭੀਮ ਨੇ ਕ੍ਰੀਚਕ ਮਾਰੇ, ਜਿਸ ਥਾਂ ਦੇ ਉੱਤੇ ਪਾਂਡਵਾਂ ਦੇ ਵਿੱਚ ਇੱਕ ਭੀਮ ਸੀ ਨਾ, 5 ਪਾਂਡਵਾਂ ਦੇ ਵਿੱਚ ਇੱਕ ਦਾ ਨਾਮ ਭੀਮ ਸੀ, ਬੜਾ ਬਲੀ ਸੀ, ਕਈਆਂ ਹਾਥੀਆਂ ਦਾ ਬਲ ਸੀ ਇਹਦੇ ਵਿੱਚ। ਤੇ ਉਸ ਮੌਕੇ ਦੇ ਉੱਤੇ ਜਦੋਂ ਪਾਂਡਵਾਂ ਨੇ ਜੂਆ ਖੇਲ ਕੇ ਆਪਣਾ ਸਾਰਾ ਕੁਝ ਜੂਏ ਝਾੜ ਦਿੱਤਾ ਸੀ ਨਾ, ਫਿਰ ਰਾਜੇ ਵਿਰਾਟ ਕੋਲੇ ਜਾ ਕੇ ਨੌਕਰ ਰਹੇ ਸੀ ਇਹ ਭੇਸ ਬਦਲ ਕੇ, 5 ਪਾਂਡਵ ਨਾਲ ਦ੍ਰੋਪਦੀ। ਤੋ ਇਸ ਤਰੀਕੇ ਦੇ ਨਾਲ ਉਸ ਵੇਲੇ ਉਹ ਵਿਰਾਟ ਰਾਜੇ ਦਾ ਰਿਸ਼ਤੇਦਾਰ ਸੀ। ਇਹ ਕ੍ਰੀਚਕ ਜਿਹੜਾ ਸੀ ਨਾ, ਇਹ ਵਿਰਾਟ ਰਾਜੇ ਦਾ ਸਾਲਾ ਲੱਗਦਾ ਸੀ, ਉਹਦੀ ਭੈਣ ਦਾ ਪੁੱਤਰ ਸੀ। ਇਹ ਦ੍ਰੋਪਦੀ ਦੇ ਉੱਤੇ ਮੋਹਿਤ ਹੋਇਆ ਸੀ। ਉਸ ਮੌਕੇ ਦੇ ਉੱਤੇ ਫਿਰ ਇਸ ਭਗੌਰ ਸ਼ਹਿਰ ਦੇ ਵਿੱਚ ਉਹ ਭੀਮ ਨੇ ਉਸ ਕ੍ਰੀਚਕ ਨੂੰ ਮਾਰਨਾ ਕੀਤਾ ਸੀ, ਜਿਸ ਕ੍ਰੀਚਕ ਨੂੰ ਕਹਿੰਦੇ ਸੀ ਵੀ 1000 ਹਾਥੀਆਂ ਦਾ ਬਲ ਇਹਦੇ ਵਿੱਚ ਆ, ਕ੍ਰੀਚਕ ਦੇ ਵਿੱਚ। ਪਰ ਉਹਨੂੰ ਭੀਮ ਸੈਨ ਨੇ ਮਾਰਿਆ ਸੀ ਉਸ ਮੌਕੇ ਤੇ ਮਾਰ ਕੇ ਨਾ ਤੇ ਫਿਰ ਉਹ ਧਰਮਸ਼ਾਲਾ ਵਿੱਚ ਉਹਨੂੰ ਸੱਦਿਆ ਸੀ ਰਾਤ ਮੌਕੇ ਤੇ। ਉੱਥੇ ਫਿਰ ਆਪਸ ਵਿੱਚ ਘੋਲ ਇਹਨਾਂ ਦਾ ਚੰਗੀ ਤਰ੍ਹਾਂ ਹੋਇਆ ਤੇ ਉਹਨੂੰ ਮਾਰ ਕੇ ਤੇ ਸਤੀਰੀ ਵਾਲੀ ਥਾਂ ਤੇ ਟੰਗ ਦਿੱਤਾ ਸੀ। ਤਾਂ ਜਿੱਥੇ ਸਤੀਰੀ ਪਾਈ ਦੀ ਆ, ਅੱਜ ਕੱਲ ਤੇ ਲੈਂਟਰ ਪਾਏ ਜਾਂਦੇ, ਉਦੋਂ ਸਤੀਰੀਆਂ ਪੈਂਦੀਆਂ ਸੀ, ਉਹ ਸਤੀਰੀ ਵਾਲੀ ਥਾਂ ਤੇ ਟੰਗ ਦਿੱਤਾ ਸੀ, ਇਕੱਠਾ ਜਿਹਾ ਕਰਕੇ, ਚੱਕਾ ਜਿਹਾ ਬਣਾ ਕੇ। ਏਡਾ ਬਲੀ ਸੀ ਇਹ ਭੀਮ ਸੈਨ, ਜਿਹਦਾ ਜ਼ਿਕਰ ਆਉਂਦਾ ਵਾ ਇਹਨੇ ਜੰਗ ਯੁੱਧ ਦੇ ਮੌਕੇ ਦੇ ਉੱਤੇ ਹਾਥੀ ਚੁੱਕ ਮਾਰੇ ਸੀ ਤਾਂ ਨੂੰ, ਘੁਮਾ ਕੇ। ਤੇ ਹੁਣ ਦੇ ਮੌਕੇ ਤੇ ਕੋਈ ਕਹੂਗਾ ਵੀ ਨਹੀਂ ਜੀ ਇਹ ਤਾਂ ਮਿਥਿਹਾਸ ਹੁੰਦਾ ਹੈ, ਵੀ ਇੰਜ ਕਿਵੇਂ ਹੋ ਸਕਦਾ ਵੀ ਹਾਥੀ ਚੁੱਕੇ ਕੋਈ ਕਾਂ ਨੂੰ ਕਿਵੇਂ ਸੁੱਟ ਸਕਦਾ। ਪਰ ਬਲੀ ਐਡੇ ਬਲੀ ਇੱਥੇ ਹੋ ਚੁੱਕੇ ਆ। ਜਿਵੇਂ ਹੁਣ 100 ਸਾਲ ਦੀ ਉਮਰ ਮੰਨੀ ਹੋਈ ਨਾ ਕਲਯੁੱਗ ਦੇ ਵਿੱਚ, ਹੁਣ ਤਾਂ 100 ਸਾਲ ਤੀਕ ਵੀ ਨਹੀਂ ਕੋਈ ਅੱਪੜਦਾ, ਵੇਲੇ ਨਾਲ ਹੀ ਭੋਗ ਪੈ ਜਾਂਦਾ। 60-70 ਸਾਲ ਤੀਕ ਕੋਈ ਅੱਪੜਦਾ ਮਾਈ ਦਾ ਲਾਲ। ਪੁਰਾਣੇ ਬਜ਼ੁਰਗ 100 ਸਾਲ ਤੀਕ ਤੇ 120 ਸਾਲਾਂ ਤੀਕ ਹੋਏ, ਹੁਣ ਤੀਕ ਜਿਹੜੇ ਹੁਣ ਗਾਂ 100 ਸਾਲ ਤੀਕ ਕੋਈ ਵਿਰਲਾ ਹੀ ਅੱਪੜੂਗਾ। ਪਿਛਲੇ ਯੁੱਗਾਂ ਦੀ ਉਮਰ ਜਦੋਂ ਪੜ੍ਹੀਏ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ ਤੇ ਇਤਿਹਾਸ ਵਿੱਚੋਂ, ਦੁਆਪਰ ਯੁੱਗ 'ਚ 1000 ਸਾਲ ਦੀ ਉਮਰ ਲਿਖੀ ਬੰਦੇ ਦੀ, 1000 ਸਾਲ ਦੀ। ਜਦੋਂ ਭੀਮ ਸੈਨ ਹੋਣੀ ਹੋਏ ਆ ਨਾ, ਉਦੋਂ 1000 ਸਾਲ ਬੰਦੇ ਦੀ ਉਮਰ ਲਿਖੀ ਆ। ਤੇ ਤ੍ਰੇਤੇ ਯੁੱਗ ਦੀ 10,000 ਸਾਲ ਦੀ ਉਮਰ ਲਿਖੀ ਆ। ਸਤਯੁੱਗ ਦੀ 1,00,000 ਸਾਲ ਉਮਰ ਲਿਖੀ ਆ ਬੰਦੇ ਦੀ। ਤੇ ਬਲ ਵੀ ਉਦੋਂ ਸਰੀਰਾਂ ਵਿੱਚ ਇੰਨੇ ਹੀ ਸਨ। ਭਾਈ ਸਾਹਿਬ ਨੇ ਵੀ ਲਿਖਿਆ ਵੀ 1,00,000 ਵਰ੍ਹਿਆਂ ਦੀ ਆਰਜਾ, ਲੱਖਾਂ ਵਰ੍ਹਿਆਂ ਦੀ ਉਮਰ ਹੁੰਦੀ ਸੀ ਬੰਦੇ ਦੀ। ਤੇ ਹੁਣ ਕਲਯੁੱਗ ਦੇ ਸਮੇਂ ਵਿੱਚ 100 ਸਾਲ ਵਾ। ਹੁਣ ਆ ਅਗਲੇ ਸਮੇਂ ਵਿੱਚ ਤਾਂ 100 ਸਾਲ ਤੀਕ ਕੋਈ ਆ। ਵਾਹਿਗੁਰੂ ਕਿਰਪਾ ਕਰੇ। ਜਿਸ ਤਰ੍ਹਾਂ ਦੀਆਂ ਸਾਡਾ ਖਾਣਾ ਪੀਣਾ ਤੇ ਜਿਸ ਤਰ੍ਹਾਂ ਦੀਆਂ ਫਸਲਾਂ ਵਾ, ਥੱਲੇ ਬੀਜਣ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੇ ਤੋੜੇ ਖਾਦ ਦੇ ਪੈਂਦੇ ਆ, ਤੇ ਉਗਣ ਤੋਂ ਬਾਅਦ ਕਿੰਨੇ ਪੈਂਦੇ ਆ, ਤੇ ਬਿਮਾਰੀਆਂ ਰੋਜ਼ ਹੀ ਪਤਾ ਨਹੀਂ ਸੈਂਕੜੇ ਵਧੀ ਜਾਂਦੀਆਂ। ਜਿਵੇਂ ਬਾਣੀ 'ਚ ਮਹਾਰਾਜ ਨੇ ਕਹਿ ਦਿੱਤਾ ਨਾ, ਜੋ ਦੀਸੈ ਸੋ ਰੋਗੀ। ਤੇ ਇਸ ਤਰ੍ਹਾਂ ਦੀ ਹਾਲਤ ਹੈ, ਜੋ ਦਿਸ ਰਿਹਾ ਸੋ ਰੋਗੀ ਹੋਈ ਜਾ ਰਿਹਾ। ਹਰੇਕ ਸਰੀਰ ਨੂੰ ਵੀ ਰੋਗ ਹੈ, ਪਾਣੀ ਵੀ ਸਾਡਾ ਰੋਗੀ ਹੋ ਗਿਆ, ਧਰਤੀ ਵੀ ਰੋਗੀ ਹੋ ਗਈ। ਇਕੱਲੇ ਬੰਦੇ ਹੀ ਨਹੀਂ ਨਸ਼ਿਆਂ ਤੇ ਲੱਗੇ, ਧਰਤੀ ਵੀ ਹੁਣ ਤਾਂ ਨਸ਼ਿਆਂ ਤੇ ਹੀ ਲਾਤੀ ਇੱਕ ਤਰ੍ਹਾਂ ਨਾਲ। ਕਿੰਨੀਆਂ ਖਾਦਾਂ ਪੈਂਦੀਆਂ। ਆਲੂ ਜਿਸ ਵੇਲੇ ਬੀਜੇ ਜਾਂਦੇ, ਹੁਣ ਆਲੂ ਪੁੱਟੇ ਜਾ ਰਹੇ ਨਾ, ਬੀਜਣ ਤੋਂ ਪਹਿਲਾਂ ਪੈਲੀ ਬਣਾ ਕਰਕੇ ਤੇ ਮਿੱਟੀ ਨਹੀਂ ਦੀਦੀ ਹੁੰਦੀ ਜਿੰਨੀ ਖਾਦ ਉੱਤੇ ਪਾਈ ਜਾਂਦੀ। ਬਾਅਦ ਵਿੱਚ ਉਹ ਆਟਾ ਬਣਾਈਆਂ ਜਾਂਦੀਆਂ ਆਲੂਆਂ ਦੀ। ਇੰਨੀ ਖਾਦ, ਇੰਨਾ ਜ਼ਹਿਰ। ਤੇ ਕਹਿੰਦਾ ਹਰ ਕੋਈ ਹੈ, ਜਦੋਂ ਕੋਈ ਸਟੇਜ ਤੇ ਭਾਸ਼ਣ ਦਿੰਦਾ, ਕਹਿੰਦੇ ਵੀ ਖਾਦਾਂ ਬੜੀਆਂ ਨੁਕਸਾਨਦਾਇਕ, ਵੀ ਇਹ ਬਹੁਤ ਨੁਕਸਾਨ ਕਰਦੀਆਂ, ਇਹਨਾਂ ਨਾਲ ਬੜੀਆਂ ਬਿਮਾਰੀਆਂ ਪੈਦਾ ਹੋ ਰਹੀਆਂ। ਤੇ ਪਰ ਕਹਿੰਦੇ ਵੀ ਝਾੜ ਜ਼ਿਆਦਾ ਚਲੋ ਕੱਢਣਾ ਵਾ, ਝਾੜ ਜ਼ਿਆਦਾ ਕਰ ਲਓ, ਭਾਵੇਂ ਗਾਂ ਖਾਣ ਵਾਲੇ ਰਹਿਣ ਚ ਨਾ ਰਹਿਣ, ਖਾਣ ਵਾਲੇ ਭਾਵੇਂ ਸਮਾਪਤੀ ਹੋ ਜਾਣ, ਕਿਸੇ ਨੂੰ ਸ਼ੂਗਰ ਹੋ ਜਾਏ, ਕਿਸੇ ਨੂੰ ਹੋਰ ਬਿਮਾਰੀ ਹੋ ਜਾਏ, ਝਾੜ ਜ਼ਿਆਦਾ ਜ਼ਰੂਰ ਕੱਢੋ। ਪੁਰਾਣੇ ਬਜ਼ੁਰਗ ਕੋਈ ਖਾਦਾਂ ਦੀ ਰੂੜੀਆਂ ਪਾਉਂਦੇ ਸੀ, ਖਾਦਾਂ ਕਿੱਥੇ ਪਾਉਂਦੇ ਸੀ, ਥੋੜੀ ਕਣਕ ਨਿਕਲ ਆਉਂਦੀ ਸੀ, ਸਰੀਰ ਤਾਂ ਤੰਦਰੁਸਤ ਸੀ ਨਾ। ਪਰ ਉਸ ਮੌਕੇ ਦੀਆਂ ਜਿਹੜੀਆਂ ਉਮਰਾਂ ਸੀ, ਉਹ ਉਮਰਾਂ ਵੀ ਵੱਧ ਸੀ, ਸਰੀਰਾਂ ਵਿੱਚ ਬਲ ਵੀ ਬਹੁਤਾ ਸੀ। ਕਹਿੰਦੇ ਵੀ ਜਿਸ ਥਾਂ ਦੇ ਉੱਤੇ ਭਗੌਰ ਸ਼ਹਿਰ ਦੇ ਵਿੱਚ ਪਾਂਡਵਾਂ ਦੇ ਵਿੱਚੋਂ ਭੀਮ ਸੈਨ ਨੇ ਕ੍ਰੀਚਕ ਨੂੰ ਮਾਰਿਆ ਸੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਭਗੌਰ ਸ਼ਹਿਰ ਨੂੰ
ਜੋ ਉਦੈਪੁਰ ਰਾਜ ਦੇ ਵਿੱਚ ਹੈ, ਉਸ ਸ਼ਹਿਰ ਨੂੰ ਵੇਖਣਾ ਚਾਹੁੰਦੇ ਹਨ। ਇਸ ਕਰਕੇ ਰਾਤ ਨੂੰ ਵਿਸ਼ਰਾਮ ਕੀਤਾ ਜਾਂਦਾ, ਦਿਨੇ ਕੂਚ ਕੀਤਾ ਜਾਂਦਾ, ਚਾਲੇ ਪਾਏ ਜਾਂਦੇ। ਲਗਾਤਾਰ ਇਸੇ ਤਰ੍ਹਾਂ ਕੂਚ ਦਰ ਕੂਚ ਕੀਤਾ ਜਾਂਦਾ ਵੀ ਰਾਤ ਨੂੰ ਠਹਿਰਨਾ, ਦਿਨੇ ਫੇਰ ਚੱਲ ਪੈਣਾ। ਇਸ ਤਰ੍ਹਾਂ ਭਗੌਰ ਸ਼ਹਿਰ ਦੇ ਨੇੜੇ ਆ ਗਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਫਿਰ ਕਿਵੇਂ ਉਹ ਸ਼ਹਿਰ ਵੇਖਦੇ ਆ, ਕਿਵੇਂ ਉੱਥੋਂ ਅੱਗੇ ਦੱਖਣ ਵੱਲ ਨੂੰ ਚੱਲਦੇ ਆ, ਇਹ ਅਗਲੇ ਪ੍ਰਸੰਗਾਂ ਵਿੱਚ ਸਾਧ ਸੰਗਤ ਜੀ ਆਵੇਗਾ। ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਆਪ ਜੀ ਦੀ ਸੇਵਾ ਦੇ ਵਿੱਚ ਅਦਬ ਸਹਿਤ ਬੇਨਤੀ ਹੈ, ਜੋ 4 ਅਪ੍ਰੈਲ ਨੂੰ ਧੰਨ ਧੰਨ ਬੇਬੇ ਨਾਨਕੀ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਧੰਨ ਧੰਨ ਬੇਬੇ ਨਾਨਕੀ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ। ਔਰ 4 ਦਿਨ ਦਾ ਸਾਧ ਸੰਗਤ ਜੀ ਇਹ ਮਹਾਨ ਸਮਾਗਮ ਹੋ ਰਿਹਾ ਹੈ ਉਸ ਪਵਿੱਤਰ ਸਥਾਨ ਤੇ ਬੇਬੇ ਜੀ ਦੀ ਯਾਦ ਵਿੱਚ। 1 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਸੰਚਾਰ ਹੋਵੇਗਾ। ਔਰ ਇਸੇ ਤਰ੍ਹਾਂ ਸ਼ਾਮ ਨੂੰ 1 ਤਰੀਕ ਨੂੰ 5:30 ਵਜੇ ਤੋਂ ਰਾਤ 12 ਵਜੇ ਤੀਕ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿੱਚ ਭਾਈ ਬਲਦੇਵ ਸਿੰਘ ਜੀ ਵਡਾਲਾ ਉਹ ਹਾਜ਼ਰੀ ਭਰ ਰਹੇ ਤੇ ਭਾਈ ਅਮਰਦੀਪ ਸਿੰਘ ਜੀ ਹਜੂਰੀ ਰਾਗੀ ਬੇਬੇ ਨਾਨਕੀ, ਭਾਈ ਬਲਵਿੰਦਰ ਸਿੰਘ ਜੀ ਲੁਧਿਆਣੇ ਤੋਂ, ਭਾਈ ਹਰਵਿੰਦਰ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਕਮੇਟੀ। ਇਸੇ ਤਰ੍ਹਾਂ 2 ਤਰੀਕ ਨੂੰ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੀਕ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ। 3 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਹੀ ਨਿਤਨੇਮ ਦੇ ਨਾਲ ਦੀਵਾਨ ਦੀ ਆਰੰਭਤਾ ਹੋਵੇਗੀ ਔਰ ਹਜੂਰੀ ਰਾਗੀ ਕੀਰਤਨ ਭਾਈ ਤਰਸੇਮ ਸਿੰਘ ਜੀ ਆਸਾ ਕੀ ਵਾਰ ਦੇ ਕੀਰਤਨ ਨਾਲ ਵਿਹਾਲ ਕਰਨਗੇ। ਸ੍ਰੀ ਮੁਖ ਵਾਗ ਦੀ ਕਥਾ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬੇਬੇ ਨਾਨਕੀ ਜੀ ਔਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਸਾਬਕਾ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਉਹ 3 ਤਰੀਕ ਨੂੰ 7:30 ਵਜੇ ਤੋਂ 8 ਵਜੇ ਤੀਕ ਗੁਰਬਾਣੀ ਦੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਭਾਈ ਅਮਰਦੀਪ ਸਿੰਘ ਜੀ ਉਹਨਾਂ ਨੇ ਹਾਜ਼ਰੀ ਭਰਨੀ ਹੈ ਔਰ ਇਸ ਤਰੀਕੇ ਦੇ ਨਾਲ ਇਹ ਸਾਧ ਸੰਗਤ ਜੀ ਸਾਰਾ ਪ੍ਰੋਗਰਾਮ ਚੱਲੇਗਾ। 3 ਤਰੀਕ ਨੂੰ ਹੀ ਸਵੇਰੇ 11 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਬੇਬੇ ਜੀ ਦੇ ਅਸਥਾਨ ਤੋਂ ਔਰ ਸ਼ਾਮ ਮੌਕੇ ਸਮਾਪਤੀ ਹੋਵੇਗੀ। ਸ਼ਾਮ ਨੂੰ ਫਿਰ 5:30 ਵਜੇ ਤੋਂ ਰਾਤ 12:30 ਵਜੇ ਤੀਕ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ। ਕਥਾ ਦੀ ਹਾਜ਼ਰੀ ਭਰਨਗੇ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਗਿਆਨੀ ਗੁਰਮਿੰਦਰ ਸਿੰਘ ਜੀ ਤੇ ਕੀਰਤਨ ਦੀ ਹਾਜ਼ਰੀ ਭਰਨਗੇ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਭਾਈ ਕਰਨੈਲ ਸਿੰਘ ਜੀ, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ, ਭਾਈ ਮਨਿੰਦਰਪਾਲ ਸਿੰਘ ਜੀ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ। ਇਹ 3 ਤਰੀਕ ਨੂੰ ਰਾਤ ਨੂੰ ਹਾਜ਼ਰੀ ਭਰ ਰਹੇ ਹਨ ਤੇ 4 ਤਰੀਕ ਨੂੰ ਫਿਰ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਦੀ 2:30 ਵਜੇ ਤੋਂ ਆਰੰਭਤਾ ਹੋ ਕੇ ਨਿਤਨੇਮ ਦੇ ਨਾਲ ਆਸਾ ਕੀ ਵਾਰ ਦੇ ਨਾਲ ਕੀਰਤਨ ਦੇ ਦੁਆਰਾ 4 ਤਰੀਕ ਨੂੰ ਹੀ ਭੋਗ ਸੰਪੂਰਨ ਹੋਣਗੇ ਔਰ 4 ਤਰੀਕ ਨੂੰ ਸ੍ਰੀ ਮੁਖ ਵਾਗ ਦੀ ਕਥਾ ਦੀ ਹਾਜ਼ਰੀ ਭਰਨਗੇ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ। ਉਪਰੰਤ ਫਿਰ ਸਾਧ ਸੰਗਤ ਜੀ ਸਾਰਾ ਦਿਨ ਹੀ ਦੀਵਾਨ ਸਜਣਾ ਹੈ। ਸ਼ਾਮੀ 3 ਵਜੇ ਤੀਕ ਦੀਵਾਨ ਸਜਣਾ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ, ਜਿਸ ਵਿੱਚ ਸੰਤ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ ਔਰ ਗਿਆਨੀ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ ਔਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਜੀ ਸਭਰਾ ਤੇ ਕਥਾਵਾਚਕ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜੋ ਪਹਿਲਾਂ ਵੀ ਇੱਥੇ ਕਥਾ ਦੀ ਸੇਵਾ ਨਿਭਾਉਂਦੇ ਰਹੇ ਹਨ, ਹੁਣ ਗੁਰਦੁਆਰਾ ਸ਼ਹੀਦਗੰਜ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਨਿਭਾ ਰਹੇ ਆ ਤੇ ਹੋਰ ਵੀ ਅਨੇਕਾਂ ਸਿੰਘ ਢਾਡੀ ਰਾਗੀ ਹਾਜ਼ਰੀ ਭਰਨਗੇ। ਸੋ ਸਾਰੀਆਂ ਸੰਗਤਾਂ ਨੇ ਇਹਨਾਂ 4 ਦਿਨ ਦੇ ਸਮਾਗਮਾਂ ਵਿੱਚ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਅਸਥਾਨ ਤੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਬੇਨਤੀ ਪ੍ਰਵਾਨ ਕਰਨੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰ
आए प्रभ सरनागति कृपा निध दयाल एक अखर हर मन बसत नानक होत कथा निता प्रत होत है सुनो सिंह सुजान नानक गुर गोबिंद सिंह जी सदा करे नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।